प्रोग्राम सुलगदे समियां दी दास्तान। जिस तरह तुसीं नां तो ही तुहानूं अंदाज़ा हो गया कि असीं जिहड़े समियां दे विच रह रहे हां उन्हां नूं सुलगदे किहा जा रिहा, और उहनूं तुसीं नावलां कहाणियां दे विचों भी इन्हां सुलगदे समियां नूं पछाण सकदे हां ते बाहर सरहदां ते बैठे जां दिल्ली दीआं बरूहां ते बैठे किसान मोर्चे दे रूप दे विच भी पछाण सकदे हां कि जे समय सुलगदे ना होण ते जे लोकां दे अंदर ਉਹਦਾ ਅਹਿਸਾਸ ਨਾ ਹੋਵੇ ਤਾਂ ਫਿਰ ਕਿਸੇ ਨੂੰ ਸੜਕਾਂ ਤੇ ਬਹਿਣ ਦੀ ਲੋੜ ਨਹੀਂ ਪੈਂਦੀ। ਹੁਣੇ ਹੀ ਗੱਲ ਹੋ ਰਹੀ ਸੀਗੀ ਕਿ ਜਿਹੜੇ ਸਾਡੇ ਦੋਸਤ ਬਾਹਰੋਂ ਆਏ ਆ ਉਹ ਲਗਭਗ ਸਾਰੇ ਹੀ ਜਿਹੜਾ ਟ੍ਰੈਫਿਕ ਜੈਮ ਦੇ ਵਿੱਚੋਂ ਫਸ ਕੇ ਆਏ ਆ ਤੇ ਮਸਾਂ ਹੀ ਮੌਕੇ ਤੇ ਪਹੁੰਚੇ ਆ। ਤੇ ਉਹ ਆਉਂਦੇ ਹੋਏ ਗੱਲ ਜਦੋਂ ਚੱਲੀ ਤੇ ਉਹ ਕਹਿ ਰਹੇ ਸੀਗੇ ਕਿ ਵੀ ਫਸ ਵੀ ਜਾਈਦਾ ਤੇ ਪਰ ਉੱਥੇ ਫਸੇ ਹੋਇਆਂ ਨੂੰ ਵੀ ਗੁੱਸਾ ਨਹੀਂ ਆਉਂਦਾ। ਇਸ ਗੱਲ ਤੇ ਗੁੱਸਾ ਕਿਉਂ ਨਹੀਂ ਆਉਂਦਾ? ਉਹ ਇਸ ਕਰਕੇ ਕਿ ਉਹ ਜਿਹੜਿਆਂ ਨੇ ਜਾਮ ਲਾਇਆ ਹੁੰਦਾ ਹੈ ਉਹ ਵੀ ਸਾਡੇ ਵਰਗੇ ਹੀ ਹੈ। ਉਹਨਾਂ ਨੇ ਆਪਦੇ ਦੁੱਖਾਂ ਆਪਦੀਆਂ ਮੁਸ਼ਕਲਾਂ ਸਮੱਸਿਆਵਾਂ ਨੂੰ ਜਿਹੜਾ ਹੈ ਹੱਲ ਕਰਾਉਣ ਵਾਸਤੇ ਜਿਸ ਤਰ੍ਹਾਂ ਦਾ ਸਿਸਟਮ ਸਾਡਾ ਹੋਇਆ ਹੋਇਆ ਕਿ ਹਰ ਚੀਜ਼ ਜਿਹੜੀ ਹੈ ਉਹ ਪੋਲੀਟੀਕਲ ਲੋਕਾਂ ਦੇ ਰਾਜਸੀ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਹੈ। ਤੇ ਸ਼ਾਇਦ ਉਹ ਇਸ ਤਰ੍ਹਾਂ ਅਹਿਸਾਸ ਕਰਾਉਂਦੇ ਹੈਗੇ ਆ ਕਿ ਜਿਵੇਂ ਲੋਕਾਂ ਨੇ ਕੋਈ ਚੀਜ਼ ਮੰਗਤਿਆਂ ਵਾਂਗੂ ਮੰਗਣੀ ਹੈ ਤੇ ਉਹਨਾਂ ਨੇ ਦਾਤਿਆਂ ਵਾਂਗੂ ਦੇਣੀ ਆ। ਇਸ ਕਰਕੇ ਜੇ ਕੋਈ ਲੋਕਾਂ ਦੇ ਕੋਈ ਹੱਕ ਵੀ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਜਾਣੀ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਹੱਕ ਮੰਗਣ ਵਾਲਿਆਂ ਨੂੰ ਵੀ ਕਈ ਵਾਰੀ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਕੋਈ ਚੀਜ਼ ਮੰਗ ਕੇ ਲੈਣੀ ਹੈਗੀ ਆ। ਤੇ ਜੇ ਤੁਸੀਂ ਬਿਲਕੁਲ ਤਾਜ਼ੀਆਂ ਘਟਨਾਵਾਂ ਵੀ ਵੇਖੋ ਕਿ ਜਿਨ੍ਹਾਂ ਨੂੰ 3 ਕਾਲੇ ਕਾਨੂੰਨ ਕਿਹਾ ਗਿਆ ਤੇ ਜਦੋਂ ਉਹਨਾਂ ਨੂੰ ਵਾਪਸ ਲਿਆ ਤੇ ਲੋਕਾਂ ਨੇ ਉਸ ਸ਼ਬਦਾਵਲੀ ਦੇ ਉੱਤੇ ਵੀ ਐਡੀਟੋਰੀਅਲ ਲਿਖੇ। ਬਲਕਿ ਤੁਸੀਂ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਦੇ ਵਿੱਚ ਐਡੀਟੋਰੀਅਲ ਪੜ੍ਹਿਆ ਹੋਣਾ ਕਿ ਉਹਦੀ ਭਾਸ਼ਾ ਕਿਸ ਤਰ੍ਹਾਂ ਦੀ ਹੈਗੀ ਹੈ ਕਿ ਦੇਖੋ ਅਸੀਂ ਤਾਂ ਫਿਰ ਵੀ ਬੜੇ ਵੱਡੇ ਦਿਲ ਦੇ ਹਾਂ ਵੀ ਜਿਨ੍ਹਾਂ ਨੇ ਸ਼ਾਇਦ ਤੁਹਾਨੂੰ ਕੋਈ ਚੀਜ਼ ਦੇਤੀ ਤੁਸੀਂ ਨਹੀਂ ਸਮਝ ਸਕੇ। ਤਾਂ ਇਹ ਜਿਹੜੀਆਂ ਸਾਰੀਆਂ ਅਲਾਮਤਾਂ ਨੇ ਜਿਹੜੀਆਂ ਤੁਸੀਂ ਰੋਜ਼ ਦੇਖਦੇ ਆ, ਇਹ ਜਿਹੜੇ ਸਾਰੇ ਚਿੰਨ੍ਹ ਨਜ਼ਰ ਆਉਂਦੇ ਆ, ਇਹ ਸਾਰੇ ਦੇ ਸਾਰੇ ਸੁਲਗਦੇ ਸਮਿਆਂ ਦੀ ਦਾਸਤਾਨ ਦੱਸਣ ਵਾਲੇ ਹੀ ਹੈ। ਤਾਂ ਪਰ ਅੱਜ ਅਸੀਂ ਉਸ ਤਰ੍ਹਾਂ ਦੀਆਂ ਸਿੱਧੀਆਂ ਰਾਜਸੀ ਗੱਲਾਂ ਦੀ ਬਜਾਏ ਇਹ ਤਾਂ ਜਸਟ ਮੈਂ ਐਵੇਂ ਭੂਮਿਕਾ ਬੰਨਣ ਵਜੋਂ ਥੋੜ੍ਹੀ ਜਿਹੀ ਗੱਲ ਕੀਤੀ ਹੈ। ਅਸੀਂ ਉਹਨਾਂ ਹੀ ਗੱਲਾਂ ਨੂੰ ਕਰਾਂਗੇ ਪਰ ਉਹਨਾਂ ਨੂੰ ਕਰਾਂਗੇ ਗਲਪ ਦੇ ਹਵਾਲੇ ਦੇ ਨਾਲ, ਕਿਉਂਕਿ ਸਾਡੇ ਕੋਲ ਕਹਾਣੀਕਾਰ ਵੀ ਨੇ, ਸਾਡੇ ਕੋਲ ਨਾਵਲਕਾਰ ਵੀ ਨੇ। ਤੇ ਜਿਹੜਾ ਗਲਪਕਾਰ ਹੈ ਗੱਲਾਂ ਉਹਨੇ ਵੀ ਇਹੀ ਰਾਜਸੀ ਅਵਚੇਤਨਾ ਵਾਲੀਆਂ ਰਾਜਸੀ ਢੰਗ ਦੀਆਂ ਕਰਨੀਆਂ ਹੁੰਦੀਆਂ, ਸਮਾਜਿਕ ਚੇਤਨਾ ਵਾਲੀਆਂ ਕਰਨੀਆਂ ਹੁੰਦੀਆਂ, ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਨੀ ਹੁੰਦੀ ਹੈ, ਉਹਨਾਂ ਦੀਆਂ ਸੰਵੇਦਨਾਵਾਂ ਦੀ ਗੱਲ ਕਰਨੀ ਹੁੰਦੀ ਹੈ। ਪਰ ਉਹਦਾ ਜਿਹੜਾ ਮੁਹਾਵਰਾ ਹੈ ਗੱਲ ਕਰਨ ਦਾ, ਉਹਦਾ ਢੰਗ ਤਰੀਕਾ ਹੈ, ਉਹ ਰਾਜਸੀ ਲੋਕਾਂ ਵਾਲਾ ਨਹੀਂ ਹੁੰਦਾ, ਬਲਕਿ ਉਹ ਆਪਣੀ ਗੱਲ ਬਿੰਬ ਰਾਹੀਂ ਕਰਦਾ ਹੈ। ਉਹ ਆਪਣੀ ਗੱਲ ਜਿਹੜਾ ਹੈ ਦਿਸਦੇ ਯਥਾਰਥ ਦੇ ਬਰਾਬਰ ਇੱਕ ਆਪਣਾ ਬਿੰਬ ਬਣਾਉਂਦਾ, ਇੱਕ ਆਪਣਾ ਯਥਾਰਥ ਸਿਰਜਦਾ ਹੈ ਤੇ ਉਹਦੇ ਰਾਹੀਂ ਉਹ ਆਪਣੀਆਂ ਗੱਲਾਂ ਕਰਦਾ। ਤੇ ਜਿਹੜੇ ਅੱਜ ਇਸ ਪੈਨਲ ਦੇ ਵਿੱਚ ਸ਼ਾਮਲ ਨੇ ਸਾਡੇ ਗਲਪਕਾਰ, ਉਹਨਾਂ ਦੀ ਮੈਂ ਭਾਵੇਂ ਰਸਮੀ ਜਾਣ ਪਛਾਣ ਤੁਹਾਡੇ ਨਾਲ ਕਰਾਉਣੀ ਹੈ, ਪਰ ਵੈਸੇ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਸਾਰੇ ਹੀ ਇੰਨਾ ਵਧੀਆ ਕੰਮ ਕਰ ਰਹੇ ਆ ਔਰ ਇੰਨੇ ਚਰਚਿਤ ਵੀ ਨੇ ਕਿ ਤੁਸੀਂ ਇਹਨਾਂ ਬਾਰੇ
ਮੇਰੇ ਜਿੰਨਾ ਹੀ ਜਾਣਦੇ ਆ ਜਾਂ ਮੇਰੇ ਤੋਂ ਵੀ ਵੱਧ ਜਾਣਦੇ ਆ, ਤਾਂ ਫਿਰ ਵੀ ਮੈਂ ਆਪਣਾ ਇਹ ਫਰਜ਼ ਸਮਝਦਾ ਕੁਝ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਕਿ ਅਸੀਂ ਜਿਹੜਾ ਹੈ ਮੈਂ ਆਪਣੇ ਦੋਸਤਾਂ ਦੀ ਜਾਣ ਪਛਾਣ ਕਰਾਵਾਂ। ਸਭ ਤੋਂ ਸਿਰੇ ਤੇ ਗੁਰਮੀਤ ਕੜਿਆਲਵੀ ਕਹਾਣੀ ਵੀ ਲਿਖਦਾ ਹੈ। ਇਹਨੇ ਅੱਜ ਕਰੋਨਾ ਸਮਿਆਂ ਦੇ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਪਹਿਲਾ ਨਾਵਲ ਹੀ ਹੈ, ਇਸ ਵਿਸ਼ੇ ਤੇ ਨਾਵਲ ਵੀ ਲਿਖਿਆ। ਬਲਕਿ ਜਿੰਨੀਆਂ ਵੀ ਇਹਨਾਂ ਦੀਆਂ ਕਹਾਣੀਆਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਸਮਾਜਿਕ ਚੇਤਨਾ ਵਾਲੀਆਂ ਕਹਾਣੀਆਂ। ਮੈਂ ਤਾਂ ਕਈ ਵਾਰੀ ਵੱਡੇ ਭਰਾ ਵਾਂਗ ਕਹਿ ਲਓ ਸਗੋਂ ਇਹਨੂੰ ਇਹ ਕਹਿੰਦਾ ਰਹਿੰਦਾ ਕਿ ਸਮਾਜਿਕ ਚੇਤਨਾ ਜ਼ਿਆਦਾ ਹੁੰਦੀ ਹੈ ਤੇਰੀਆਂ ਕਹਾਣੀਆਂ 'ਚ, ਉਹਨਾਂ ਨੂੰ ਥੋੜ੍ਹੀ ਜਿਹੀ ਘਟਾ ਕੇ, ਬਲਕਿ ਤਾਂ ਕਿ ਉਹ ਲਿਟਰੇਰੀਨੈਸ ਨੂੰ, ਸਾਹਿਤਕਤਾ 'ਤੇ ਅਸਰ ਅੰਦਾਜ਼ ਨਾ ਹੋਵੇ ਉਹ ਗੱਲ। ਪਰ ਕਿਉਂਕਿ ਉਹ ਜਿਸ ਤਰ੍ਹਾਂ ਉਹਦੇ ਸਰੋਕਾਰ ਨੇ, ਜਿਸ ਤਰ੍ਹਾਂ ਉਹ ਮਹਿਸੂਸ ਕਰਦਾ ਹੈ ਕਿ ਅਸੀਂ ਹਾਰੀ ਨਾ ਬਚਨਿਆਂ ਵਰਗੀਆਂ ਕਹਾਣੀਆਂ ਪੜ੍ਹੀਆਂ, ਤੁਸੀਂ ਵੀ ਪੜ੍ਹੀਆਂ, ਤਾਂ ਗੁਰਮੀਤ ਕੜਿਆਲਵੀ ਆਪਣੀ ਪੂਰੀ ਪ੍ਰਤੀਬੱਧਤਾ ਨਾਲ, ਆਪਣੀ ਜ਼ਿੰਮੇਵਾਰੀ ਦੇ ਨਾਲ, ਜੋ ਸਮਾਜ ਪ੍ਰਤੀ ਤੁਹਾਡਾ ਇੱਕ ਬਣਦਾ ਹੁੰਦਾ ਹੈ, ਫਰਜ਼ ਬਣਦਾ ਇੱਕ ਲੇਖਕ ਦਾ, ਉਹਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਵਾਲਾ ਸਾਡਾ ਕਥਾਕਾਰ ਹੈ। ਬਾਕੀ ਗੱਲਾਂ ਆਪਾਂ ਬਾਅਦ ਦੇ ਵਿੱਚ ਵੀ ਕਰਾਂਗੇ। ਤਾਂ ਮੇਰੇ ਨਾਲ ਬੈਠੇ ਨੇ ਜਸਬੀਰ ਮੰਡ ਹੋਰੀ। ਇਹ ਨਾਵਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹੇ ਬੋਲ ਮਰਦਾਨਿਆਂ ਹੋਵੇ, ਚਾਹੇ ਉਸ ਤੋਂ ਬਾਅਦ ਤੁਸੀਂ ਲਗਾਤਾਰ ਜਿਹੜਾ ਹੈਗਾ ਇਹ ਆਪਣੇ ਇਹਨਾਂ ਹੀ ਸੁਲਗ ਦੇ ਸਮੇਂ ਜਿਹਨੂੰ ਕਿਹਾ ਗਿਆ, ਇਹ ਬਹੁਤ ਹੀ ਜਿਹੜਾ ਹੈ ਇਸੇ ਹੀ ਪ੍ਰਤੀਬੱਧਤਾ ਨਾਲ ਔਰ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਨਾਵਲਾਂ ਦੇ ਵਿੱਚ ਆਪਣੇ ਦਿਸਦੇ ਯਥਾਰਥ ਨੂੰ ਹੀ ਨਹੀਂ, ਬਲਕਿ ਜਿਹੜਾ ਯਥਾਰਥ ਬਹੁਤ ਲੁਕਵੇਂ ਰੂਪ ਦੇ ਵਿੱਚ ਪਿਆ ਹੁੰਦਾ ਹੈ, ਅਸਲ ਦੇ ਵਿੱਚ ਦਿਸਦਾ ਯਥਾਰਥ ਤਾਂ ਅਖਬਾਰ ਵੀ ਫੜ ਲੈਂਦੇ ਹੈ, ਪੱਤਰਕਾਰ ਵੀ ਫੜ ਲੈਂਦੇ ਹੈ। ਤੇ ਗਲਪਕਾਰ ਜਿਹੜਾ ਹੈ ਉਹਨੇ ਬਹੁਤ ਹੀ, ਕਿਉਂਕਿ ਡੂੰਘੇ ਯਥਾਰਥ ਨੂੰ ਤੁਹਾਡੇ ਸਾਹਮਣੇ, ਡੂੰਘੀਆਂ ਅਵਚੇਤਨ ਨੂੰ ਤੁਹਾਡੇ ਸਾਹਮਣੇ ਲਿਆਉਣਾ ਹੁੰਦਾ ਹੈ, ਕਿ ਉਹ ਬੜੀਆਂ ਸਾਰੀਆਂ ਜੁਗਤਾਂ ਇਸ ਤਰ੍ਹਾਂ ਦੀਆਂ ਵਰਤਦਾ ਹੈ। ਜੇ ਉਹ ਬੋਲ ਮਰਦਾਨਿਆਂ ਲਿਖ ਰਿਹਾ ਹੈ ਕਿ ਉਹ ਕੋਈ ਇਕੱਲੇ ਬਾਬੇ ਨਾਨਕ ਦੇ ਸਮਿਆਂ ਦੀਆਂ ਗੱਲਾਂ ਨਹੀਂ ਕਰ ਰਿਹਾ, ਬਲਕਿ ਉਹਨਾਂ ਦੇ ਰਾਹੀਂ ਬਹੁਤ ਹੀ ਸੂਖਮ ਢੰਗ ਨਾਲ ਉਹ ਸਾਡੇ ਸਮਕਾਲ ਨੂੰ ਵੀ ਸੰਬੋਧਿਤ ਹੋ ਰਿਹਾ ਹੈ। ਇਹੀ ਅਸਲ ਦੇ ਵਿੱਚ ਚੰਗੇ ਗਲਪ ਦੀ ਪਛਾਣ ਹੁੰਦੀ ਹੈ, ਜਿਹਦੇ ਰਾਹੀਂ ਉਹ ਆਪਣੀਆਂ ਗੱਲਾਂ ਕਰਦਾ ਹੈ। ਮੇਰੇ ਸੱਜੇ ਹੱਥ ਡਾਕਟਰ ਸੁਖਪਾਲ ਥਿੰਦ ਆਲੋਚਕ ਵੀ ਹੈ, ਵਾਰਤਕਾਰ ਵੀ ਹੈ, ਸਫ਼ਰਨਾਮੇ ਲਿਖੇ ਹੈ। ਤੇ ਹੁਣੇ ਜਿਹੜੇ ਪਿਛਲੇ ਸਾਲ ਹੀ ਇਹਦੀ ਕਿਤਾਬ ਇਹਨਾਂ ਦੀ ਆਈ ਫੁੱਲਾਂ ਦੀ ਫਸਲ, ਉਹਦੇ ਨਾਲ ਕਹਾਣੀਕਾਰਾਂ ਦੇ ਵਿੱਚ ਵੀ ਸੁਖਪਾਲ ਸਿੰਘ ਦਾ ਇੱਕ ਚੰਗਾ ਨਾਂ ਜਿਹੜਾ ਹੈ ਬਣਿਆ। ਖਾਸ ਤੌਰ ਤੇ ਜੇ ਮੈਂ ਕਹਾਣੀ ਫੁੱਲਾਂ ਦੀ ਫਸਲ ਦਾ ਹੀ ਜ਼ਿਕਰ ਕਰਾਂ ਤਾਂ ਉਸ ਕਹਾਣੀ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ, ਕਿਉਂਕਿ ਇੱਕ ਤਾਂ ਉਹ ਵਿਸ਼ੇ ਇਸ ਤਰ੍ਹਾਂ ਦੇ ਤੇ ਸੀਗੇ ਕਿ ਸਾਰਾ ਪੰਜਾਬ ਦਾ ਜਿਹੜਾ ਨੌਜਵਾਨ ਜਾਂ ਬੱਚੇ ਨੇ ਸਾਡੇ, ਉਹ ਬਾਹਰ ਜਾਣ ਦੀ ਸੋਚ ਰਹੇ ਹੈ। ਕਿਉਂ ਸੋਚ ਰਹੇ ਬਾਹਰ ਜਾਣ ਦੀ, ਇਹਦਾ ਇਸ ਸਵਾਲ ਦਾ ਸੰਬੰਧ ਵੀ ਕਿਤੇ ਨਾ ਕਿਤੇ ਸਾਡੇ ਸੁਲਗ ਦੇ ਸਮਿਆਂ ਨਾਲ ਹੀ ਹੈ, ਕਿ ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਵੀ ਅਸੀਂ ਸਾਡੇ ਜਿਉਣ ਲਈ ਇੱਥੇ ਕੁਛ ਬਚਿਆ ਹੈ, ਜਾਂ ਸਾਨੂੰ ਕੋਈ ਆਸ ਜਾਂ ਕੋਈ ਸੁਪਨਾ ਉਸ ਤਰ੍ਹਾਂ ਦਾ ਸਾਡਾ ਸਮਾਜ ਵਿਖਾਉਣ ਦੇ ਕਾਬਿਲ ਨਹੀਂ ਰਿਹਾ। ਤਾਂ ਇਸ ਕਰਕੇ ਉਹ ਕਹਾਣੀ ਦੀ ਚਰਚਾ ਉਹਦੇ ਵਿਸ਼ੇ ਕਰਕੇ ਵੀ ਹੋਈ। ਤੇ ਇਹ ਸਾਡੇ ਪੈਨਲਿਸਟ ਨੇ। ਹੁਣ ਅਸੀਂ ਵਾਰੀ ਜਿਹੜਾ ਹੈ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਆਰੰਭਦੇ ਹਾਂ। ਸਭ ਤੋਂ ਪਹਿਲਾਂ ਮੈਂ ਜਸਵੀਰ ਮੰਡ ਹੋਰਾਂ ਤੋਂ ਗੱਲ ਸ਼ੁਰੂ ਕਰਦਾ। ਮੰਡ ਸਾਹਿਬ, ਤੁਸੀਂ ਪਿਛਲੇ ਸਮੇਂ ਤੋਂ ਪੂਰੀ ਸਰਗਰਮੀ ਨਾਲ, ਜੇ ਮੈਂ ਕਹਾਂ ਕਿ ਜਿਹੜਾ ਇੱਕ
ਕਮਿਊਨਿਸਟਾਂ ਦੇ ਵਿੱਚ ਜਿਹੜਾ ਇੱਕ ਸ਼ਬਦ ਵਰਤਦੇ ਹੈ ਕਿ ਵੀ ਹੋਲ ਟਾਈਮਰ ਕਾਮਰੇਡ, ਤੇ ਤੁਸੀਂ ਹੋਲ ਟਾਈਮਰ ਸਾਹਿਤਕਾਰ ਦੇ ਤੌਰ ਤੇ ਪਿਛਲੇ ਸਮੇਂ ਤੋਂ ਲਿਖ ਰਹੇ ਹਾਂ, ਜਿਉਂ ਰਹੇ ਹਾਂ। ਸੁਲਗਦੇ ਸਮਿਆਂ ਦੇ ਬਾਰੇ ਜੋ ਤੁਸੀਂ ਮਹਿਸੂਸ ਕਰਦੇ ਆ, ਜਿਹੜੀਆਂ ਗੱਲਾਂ ਤੁਹਾਨੂੰ ਨਾਵਲ ਲਿਖਣ ਵਾਸਤੇ ਪ੍ਰੇਰਦੀਆਂ ਇਹਨਾਂ ਸੁਲਗਦੇ ਸਮਿਆਂ ਦੇ ਵਿੱਚ, ਕਦੇ ਪਾਸ਼ ਨੇ ਕਿਹਾ ਸੀਗਾ ਸਾਡੇ ਸਮਿਆਂ ਵਿੱਚ, ਕਿਉਂਕਿ ਹਰੇਕ ਲੇਖਕ ਜਿਹੜੇ ਸਮਿਆਂ 'ਚ ਜਿਉਂ ਰਿਹਾ ਹੁੰਦਾ ਹੈ ਉਹਨੂੰ ਆਪਣੇ ਢੰਗ ਨਾਲ ਜਿਹੜਾ ਹੈ ਵੇਖਦਾ ਹੈ। ਤੇ ਤੁਸੀਂ ਸੁਲਗਦੇ ਸਮਿਆਂ ਨੂੰ ਕਿਸ ਤਰ੍ਹਾਂ ਵੇਖਦੇ ਆ ਤੇ ਉਹਨਾਂ ਨੂੰ ਪ੍ਰਗਟਾਉਣ ਦਾ ਤੁਹਾਡਾ ਕਿਸ ਤਰ੍ਹਾਂ ਦਾ ਜਿਹੜਾ ਮੈਂ ਤੁਹਾਡੇ ਜਿਹੜਾ ਬ੍ਰਿਤਾਂਤਿਕ ਮੂਡ ਬਾਰੇ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਸਾਰੇ ਕੁਛ ਨੂੰ ਲੈਂਦੇ ਹੋ। ਬਹੁਤ ਬਹੁਤ ਸ਼ੁਕਰੀਆ। ਅਸਲ ਵਿੱਚ ਮੈਂ ਤਾਂ ਸਾਰੀ ਤਿਆਰੀ ਲਿਖ ਕੇ ਲੈ ਕੇ ਆਇਆ ਸੀ, ਤੇ ਇਹ ਮੇਰੀ ਕਮਜ਼ੋਰੀ ਵੀ ਹੈ ਕਿ ਆਪਣਾ ਬਹੁਤ ਕੁਛ ਯਾਦ ਨਹੀਂ ਰਹਿੰਦਾ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਲਿਖ ਕੇ ਰਿਹਾ ਸੀ ਉਹ ਸ਼ਾਇਦ ਕਹਿਣੋਂ ਰਹਿ ਜਾਣ। ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਸਭ ਤੋਂ ਅਹਿਮ ਜਿਹੜੀ ਚੀਜ਼ ਮੈਂ ਇੱਕ ਨਾਵਲਕਾਰ ਵਾਸਤੇ ਸਮਝਦਾ ਉਹ ਹੈ ਕਿ ਉਹਨੂੰ ਚੀਜ਼ਾਂ ਦਿਸਦੀਆਂ ਕਿਵੇਂ, ਤੇ ਚੀਜ਼ਾਂ ਦੇ ਦਿਸਣ ਦਾ ਜਿਹੜਾ ਸੰਬੰਧ ਹੈ, ਇਹ ਜੋ ਕੁਝ ਤੁਹਾਡੀ ਅੰਦਰੂਨੀ ਸਮਝ ਹੁੰਦੀ ਹੈ ਉਹਦੇ ਦੁਆਰਾ ਹੀ ਤੁਹਾਨੂੰ ਚੀਜ਼ਾਂ ਸਮਝ ਆਉਂਦੀਆਂ। ਤੇ ਮੇਰਾ ਸਫ਼ਰ ਲਗਭਗ 35-40 ਸਾਲ ਦਾ ਹੋ ਗਿਆ, ਸਾਹਿਤਕ ਸਫ਼ਰ। ਤੇ ਇਸ ਲੰਬੇ ਸਫ਼ਰ ਵਿੱਚ ਚੀਜ਼ਾਂ ਨੂੰ ਦੇਖਣ ਦਾ ਅੰਦਾਜ਼, ਚੀਜ਼ਾਂ ਦਿਸਦੀਆਂ ਜਿਵੇਂ ਹੈ ਬੰਦੇ ਨੂੰ, ਉਹ ਬਦਲਦਾ ਰਿਹਾ। ਤੇ ਉਸ ਬਦਲਦਾ ਅੰਦਾਜ਼ ਉਹ ਸੀ ਕਿ ਜੋ ਮੈਂ ਸਿੱਖ ਰਿਹਾ ਸੀ ਇਸ ਸੋਸਾਇਟੀ ਨੂੰ ਦੇਖਣ ਨੂੰ, ਸਮਝਣ ਨੂੰ। ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜਿਹੜੀ ਮੈਨੂੰ ਬਾਅਦ ਵਿੱਚ ਸਮਝ ਆਈ, ਜੋ ਹੁਣ ਮੈਨੂੰ ਸਮਝ ਆ ਰਹੀ ਹੈ, ਉਹ ਹੈਗਾ ਯਥਾਰਥ ਪ੍ਰਤੀ ਤੁਹਾਡਾ ਰਵੱਈਆ। ਯਥਾਰਥ ਪ੍ਰਤੀ ਜਿਹੜਾ ਲੇਖਕ ਦਾ ਰਵੱਈਆ, ਜੋ ਉਹ ਸਾਰੀ ਗੱਲ ਤੁਸੀਂ ਉਸੇ ਸੰਦਰਭ ਵਿੱਚ ਸਮਝੋ। ਮੈਂ ਸਾਹਿਤ ਦੇ ਸੰਦਰਭ ਵਿੱਚ ਹੀ ਗੱਲ ਕਰ ਰਿਹਾ। ਯਥਾਰਥ ਪ੍ਰਤੀ ਜਿਹੜਾ ਲੇਖਕ ਦਾ ਰਵੱਈਆ ਹੈ, ਇੱਕ ਉਹ ਰਵੱਈਆ ਹੈ ਜਦੋਂ ਮੈਂ ਸਿੱਖ ਰਿਹਾ ਸੀ ਤੇ ਜੋ ਕੁਛ ਮੈਨੂੰ ਦਿਸ ਰਿਹਾ ਸੀ ਉਹ ਬਹੁਤ ਹੀ ਸਰਲ ਦਿਖ ਰਿਹਾ ਸੀ ਤੇ ਬਹੁਤ ਹੀ ਸਪਸ਼ਟ ਦਿਖ ਰਿਹਾ ਸੀ, ਕਿਉਂਕਿ ਮੈਂ ਅੰਦਰੋਂ ਖਾਲੀ ਸੀ। ਤੇ ਇੱਕ ਸਮਾਂ ਨਾਵਲਕਾਰ ਦਾ ਉਹ ਆਉਂਦਾ ਜਦੋਂ ਉਹ ਆਪਣੇ ਆਪ ਨੂੰ ਭਰ ਲੈਂਦਾ ਤੇ ਜਾਣਕਾਰੀਆਂ ਨਾਲ ਭਰ ਲੈਂਦਾ, ਤੇ ਜੋ ਕੁਝ ਦਿਸਦਾ ਹੈ ਉਹ ਅਸਲ ਵਿੱਚ ਹੁੰਦਾ ਨਹੀਂ। ਉਹ ਜੋ ਕੁਛ ਉਹਨੇ ਸਿੱਖਿਆ ਹੁੰਦਾ ਉਹ ਉਹੀ ਦਿਸ ਰਿਹਾ ਹੁੰਦਾ ਉਹਨੂੰ ਅਸਲ ਵਿੱਚ। ਤੇ ਸਭ ਤੋਂ ਵੱਡੀ ਗੜਬੜ ਸਮਾਜ ਨੂੰ ਦੇਖਣ ਦੀ ਲੇਖਕ ਦੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਜੋ ਕੁਛ ਉਹਨੇ ਸਮਝਿਆ, ਜੋ ਕੁਛ ਉਹਨੇ ਜਾਣਿਆ, ਜੋ ਕੁਛ ਉਹਨੇ ਸਿੱਖਿਆ, ਕੀ ਉਹਨੂੰ ਨਿਰਲੇਪ ਕਰਨ ਦੀ ਤਾਕਤ ਰੱਖਦਾ ਹੈ। ਜੇ ਕੋਈ ਲੇਖਕ, ਚਾਹੇ ਕਿਸਾਨ ਅੰਦੋਲਨ ਹੈ, ਚਾਹੇ ਸੋਸਾਇਟੀ 'ਚ ਕੁਛ ਹੋਰ ਵਾਪਰ ਰਿਹਾ, ਕੋਈ ਵੀ ਜਿਹੜਾ ਨਾਵਲਕਾਰ ਹੈ, ਕੋਈ ਵੀ ਜਿਹੜਾ ਕਹਾਣੀਕਾਰ ਹੈ, ਉਦੋਂ ਤੱਕ ਵੱਡੀ ਕਹਾਣੀ, ਉਦੋਂ ਤੱਕ ਵੱਡਾ ਨਾਵਲ ਨਹੀਂ ਲਿਖ ਸਕਦਾ ਕਿ ਜੋ ਕੁਛ ਉਹਨੇ ਜਾਣਿਆ, ਜੋ ਕੁਛ ਉਹਨੇ ਸਿੱਖਿਆ, ਉਹਨੂੰ ਨਿਰਲੇਪ ਕਰਕੇ ਜੋ ਕੁਛ ਉਹਦੇ ਸਾਹਮਣੇ ਯਥਾਰਥ ਵਿੱਚ ਵਾਪਰ ਰਿਹਾ ਉਹਨੂੰ ਵੇਖ ਸਕੇ। ਉਹ ਬਾਅਦ ਵਾਲੀ ਗੱਲ ਹੈ ਜਿਹੜੇ ਸਿਰਜਣਾਤਮਕ ਪਲ ਹੈ ਉਹ ਬਾਅਦ ਵਾਲੇ ਆ। ਇੱਕ ਵਾਰ ਤੁਹਾਨੂੰ ਆਕਾਰ ਉਹਨਾਂ ਦੇ ਅਸਲੀ ਰੂਪ ਵਿੱਚ ਦਿਸਣੇ ਚਾਹੀਦੇ ਆ ਤੇ ਤੁਹਾਡੇ ਅੰਦਰ ਆਉਣੇ ਚਾਹੀਦੇ। ਤੇ ਅੱਜ ਕੱਲ੍ਹ ਮੇਰੀ ਕੋਸ਼ਿਸ਼ ਇਹ ਹੋਇਆ ਕਿ ਜੋ ਕੁਛ ਮੈਨੂੰ ਦਿਸ ਰਿਹਾ ਹੈ, ਜੋ ਮੇਰੇ ਸਾਹਮਣੇ ਯਥਾਰਥ ਹੈ, ਉਹਦੇ ਪ੍ਰਤੀ ਮੈਂ ਨਿਰਲੇਪ ਹੋ ਸਕਾਂ, ਇੱਕ ਵਾਰ ਉਹਨੂੰ ਅਸਲੀ ਰੂਪ ਵਿੱਚ ਅੰਦਰ ਲਿਆ ਸਕਾਂ। ਬਾਅਦ ਵਿੱਚ ਸਿਰਜਣਾਤਮਕ ਪਲਾਂ ਦੀ ਬਾਅਦ ਵਿੱਚ ਦੇਖਾਂਗੇ। ਗੁਰਮੀਤ, ਮੈਂ ਜਿੰਨਾ ਕੁ
ਤੁਹਾਨੂੰ ਸੁਣਿਆ ਵੀ ਹੈ, ਪੜ੍ਹਿਆ ਵੀ ਹੈ, ਤਾਂ ਤੁਸੀਂ ਆਪਣੀ ਗੱਲ ਜਿਹੜੀ ਹੈਗੀ ਹੈ, ਤੁਹਾਨੂੰ ਮੇਰਾ ਖਿਆਲ ਇਸ ਕਿਸਮ ਦੀ ਤਾਂ ਕੋਈ ਝਿਜਕ ਨਹੀਂ, ਤੁਸੀਂ ਗੱਲ ਸਪਸ਼ਟ ਰੂਪ ਦੇ ਵਿੱਚ ਕਰਦੇ ਆ। ਤਾਂ ਸੁਲਗਦੇ ਸਮੇਂ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਟੱਚ ਕਰਦੀ ਹੈ? ਜੇ ਤੁਸੀਂ ਇਸ ਸਮਿਆਂ ਸੁਲਗਦੇ ਸਮਿਆਂ ਬਾਰੇ ਸੋਚਦੇ ਆ, ਜਿਹੜੀ ਚੀਜ਼ ਲਿਖਣ ਵਾਸਤੇ ਤੁਹਾਡੀ ਪ੍ਰੇਰਨਾ ਵੀ ਬਣਦੀ ਹੈ ਕਹਿ ਲਓ, ਤੇ ਤੁਹਾਨੂੰ ਇੱਕ ਜੁੰਬਸ਼ ਦਿੰਦੀ ਹੈ, ਇੱਕ ਬੁਲਾਰਾ ਦਿੰਦੀ ਹੈ ਕਿ ਮੈਨੂੰ ਇਹਨੂੰ ਲੈਣਾ ਚਾਹੀਦਾ ਆਪਣੀਆਂ ਕਹਾਣੀਆਂ ਦੇ ਵਿੱਚ, ਸੁਲਗਦੇ ਸਮਿਆਂ ਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ? ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਪਿਆਰੇ ਦੋਸਤੋ, ਜਿਸ ਤਰ੍ਹਾਂ ਵਿਸ਼ਾ ਰੱਖਿਆ ਗਿਆ ਸੁਲਗਦੇ ਸਮਿਆਂ ਦਾ, ਤਾਂ ਮੈਂ ਦੇਖਦਾ, ਮੈਂ ਮਹਿਸੂਸ ਕਰਦਾ ਹਾਂ ਕਿ ਸਾਡੀ ਲੜਾਈ ਜਿਹੜੀ ਹੈ ਬਹੁਤ ਭਰਤੀ ਹੋ ਗਈ ਹੈ। ਕਿਸੇ ਇੱਕ ਫਰੰਟ ਜਿਹੜੀ ਬਹੁਤ ਸਾਰੇ ਫਰੰਟਾਂ ਤੇ ਸਾਡੀ ਲੜਾਈ ਹੋ ਗਈ ਹੈ। ਸਭ ਤੋਂ ਵੱਡੀ ਗੱਲ ਜਿਹੜੀ ਕਿਸੇ ਟਾਈਮ ਤੇ ਜਾਤੀਵਾਦ ਦੀ ਸੀਗੀ, ਉਹਦਾ ਰੂਪ ਜਿਹੜਾ ਉਪਰੀ ਪੱਧਰ ਤੇ ਜਿਹੜਾ ਉੱਪਰਲਾ ਪੱਧਰ ਹੈ ਉਹ ਬੜਾ ਘਟ ਗਿਆ। ਲੱਗਦਾ ਵੀ ਜਾਤੀਵਾਦ ਦਾ ਜਿਹੜਾ ਡੰਗ ਬਹੁਤ ਘਟ ਗਿਆ ਹੈਗਾ। ਪਰ ਜਦੋਂ ਅੰਤਰੀਵ ਉਹਦਾ ਦੇਖਦੇ ਆ ਤਾਂ ਸਾਨੂੰ ਲੱਗਦਾ ਵੀ ਜਿਵੇਂ ਜਿਵੇਂ ਪੜ੍ਹਦੇ ਜਾ ਰਹੇ ਆ, ਉਵੇਂ ਉਵੇਂ ਮਨੁੱਖ ਵੱਧ ਜਾਤੀਵਾਦੀ ਹੁੰਦਾ ਜਾ ਰਿਹਾ ਹੈ। ਉਹਦੇ ਅੰਦਰ ਜਾਤੀ ਦੀਆਂ ਪਰਤਾਂ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ। ਤੇ ਦੂਸਰੀ ਗੱਲ ਜਿਹੜੀ ਮੈਂ ਹੋਰ ਦੇਖਦਾ ਲਈ, ਮਨੁੱਖ ਦੇ ਜਿਹੜੇ ਆ ਆਪਣੇ ਉੱਪਰ ਹੀ ਇੰਨੇ ਪਰਦੇ ਪਏ ਹੋਏ ਆ। ਉਹਦੀਆਂ ਬਹੁਤ, ਜਿੱਥੇ ਅੱਗੇ ਕਹਿੰਦੇ ਸੀ ਇੰਨੇ ਚਰਿੱਤਰ ਹੁੰਦੇ ਆ, ਮੈਨੂੰ ਲੱਗਦਾ ਹੁਣ ਚਰਿੱਤਰਾਂ ਤੋਂ ਗੱਲ ਕਿਤੇ ਅੱਗੇ ਬਹੁਤ ਦੂਰ ਚਲੀ ਗਈ ਹੈ। ਹੁਣ ਇੰਨੇ ਖਾਨਿਆਂ ਦੇ ਵਿੱਚ ਮਨੁੱਖ ਵੰਡਿਆ ਗਿਆ ਹੈ, ਉਹ ਖਾਨੇ ਫੜਨ ਦੀ ਵੀ ਲੇਖ ਨੂੰ ਜਿਹੜੀ ਹੈ ਲੋੜ ਪੈਂਦੀ ਹੈਗੀ ਹੈ। ਫਿਰ ਹੁਣ ਮਨੁੱਖ ਦੇ ਜਿਹੜੇ ਆਪ ਜਿਹੜੇ ਬਾਹਰੀ ਸੰਘਰਸ਼ ਤਾਂ ਵੱਖਰੀ ਗੱਲ ਹੁੰਦੀ ਹੈ, ਮਨੁੱਖ ਦੇ ਆਪ ਦੇ ਨਾਲ ਵੀ ਬਹੁਤ ਵੱਡੇ ਸੰਘਰਸ਼ ਹੈਗੇ ਚੱਲਦੇ ਆ। ਬਾਹਰੀ ਸੰਘਰਸ਼ ਹੈਗਾ ਹਰ ਮਨੁੱਖ ਨੂੰ ਜਿਉਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕਰਨੀ ਪੈ ਰਹੀ ਹੈ। ਜਿਵੇਂ ਅੱਜ ਹੀ ਜਿਵੇਂ ਹੁਣ ਗੱਲ ਕਰਕੇ ਹਟਿਆ, ਜਦੋਂ ਤੋਂ ਮੈਂ ਸਵੇਰ ਤੋਂ ਘਰ ਚੱਲਿਆ ਮੈਂ ਧਰਨਿਆਂ ਦਾ ਹੀ ਸਾਹਮਣਾ ਕਰਦਾ ਹੋਣਾ, ਤੇ ਮੈਨੂੰ ਕਿਤੇ ਉਹਨਾਂ ਦੇ ਗੁੱਸਾ ਨਹੀਂ ਆਏਗਾ। ਜਿੱਥੇ ਧਰਨੇ ਮਾਰਦੇ ਨਾਰੇ ਮਾਰ ਰਹੇ ਸੀਗੇ ਉਹ ਰੋਡਵੇਜ਼ ਦੇ ਤੇ PRTC ਦੇ ਮੁਲਾਜ਼ਮ, ਮੈਨੂੰ ਉਹਨਾਂ ਤੇ ਹਮਦਰਦੀ ਸੀ ਉਹਨਾਂ ਦੇ ਨਾਲ। ਹਮਦਰਦੀ ਤੋਂ ਵੀ ਕਹੀਏ, ਮੈਂ ਉਹਨਾਂ ਨੂੰ ਆਪਣਾ ਹਿੱਸਾ ਸਮਝਦਾ ਸੀਗਾ ਵੀ ਇਹਨਾਂ ਦੀ ਥਾਂ ਤੇ ਮੈਂ ਵੀ ਇਦਾਂ ਹੀ ਕਰਦਾ ਰਿਹਾ ਹੈਗਾ। ਲਈ 10-10 ਸਾਲ ਹੋ ਗਏ ਆ, ਵਿਚਾਰੇ 10-10 ਹਜ਼ਾਰ ਰੁਪਏ ਤੇ ਟੱਕਰਾਂ ਮਾਰੀ ਜਾਂਦੇ ਹੈਗੇ ਆ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਹਾਂਟ ਕਰਦੀਆਂ। ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਦੀ ਜਿਹੜੀ ਮਾਨਸਿਕ ਟੁੱਟ ਭੱਜ ਕਿਹੋ ਜਿਹੀ ਹੁੰਦੀ ਹੈ। ਹੁਣ ਜਿਹੜਾ ਇੱਕ 10 ਸਾਲ ਤੋਂ ਬੰਦਾ ਜਿਹੜਾ ਕੁੱਤੇ ਝਾਕ 'ਚ ਬੈਠਾ ਵਾ ਵੀ ਅੱਜ ਵੀ ਮੈਨੂੰ ਪੱਕਾ ਕੀਤਾ, ਕੱਲ ਨੂੰ ਵੀ ਪੱਕਾ ਕੀਤਾ, ਉਹ ਆਏ ਸਾਲ ਨਵੇਂ ਤੋਂ ਨਵੇਂ ਹਾਕਮਾਂ ਨੂੰ ਵੀ ਜਮਾਉਂਦਾ ਰਹਿੰਦਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਵੀ ਅਪੀਲ ਕਰਦੀਆਂ, ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਜਿਹੜੀ ਇਹ ਗੱਲ ਲੇਖ ਦਾ ਫਰਜ਼ ਬਣਦਾ। ਔਰ ਦੂਸਰੀ ਗੱਲ ਜਿਹੜੀ ਹੈਗੀ ਆ, ਰਾਜਨੀਤੀ ਦੇ ਵੀ ਜਿਹੜੇ ਹੈਗੇ ਆ ਨਵੇਂ ਨਵੇਂ ਪੈਂਤੜੇ ਦਿਨੋਂ ਦਿਨ ਬਦਲ ਰਹੇ ਹੈਗੇ ਆ। ਜਿਵੇਂ ਸਾਡੇ ਸਮਕਾਲੀ ਦੋਸਤ ਸਾਡਾ ਸੁਖਪਾਲ ਥਿੰਦ ਹੈ, ਇਹਨੇ ਪਿਛਲੇ ਸਮੇਂ 'ਚ ਕਹਾਣੀ ਲਿਖੀ ਕਾਲਖ ਕੋਟੜੀ। ਉਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਲਈ ਰਾਜਨੀਤੀ ਕਿਸ ਤਰ੍ਹਾਂ ਜਿਹੜੀ ਹੈਗੀ ਆ ਦਾਤਣ ਵਾਂਗ ਚਿੱਥ ਕੇ ਜਿਹੜੀ ਆ ਲੋਕਾਂ ਨੂੰ ਸੁੱਟ ਰਹੀ ਹੈਗੀ ਆ। ਉਹ ਉਹਨਾਂ ਦੇ ਭਾਵੇਂ ਵਰਕਰ ਨੇ ਤੇ ਭਾਵੇਂ ਉਹਨਾਂ ਦੇ ਜਿਹੜੇ ਆ ਆਮ ਵੋਟਰ ਹੈਗੇ ਨੇ। ਤੇ ਮੈਂ ਵੀ ਕਾਫੀ ਸਮਾਂ ਪਹਿਲਾਂ ਇੱਕ ਕਹਾਣੀ ਲਿਖੀ ਸੀ ਅੰਨੀ ਗਲੀ। ਉਹਦੇ ਵਿੱਚ ਵੀ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀ ਹੈਗੀ ਆ ਗਲਤ ਸਿਆਸਤ ਹੈਗੀ ਹੈ, ਇਹ ਵੱਖਰੇ ਤਰ੍ਹਾਂ ਦੇ ਨਾਅਰਿਆਂ ਨਾਲ ਹੋਂਦ ਵਿੱਚ ਆਉਂਦੀ ਹੈ। ਸਮਾਜ ਨੂੰ ਇਕੱਠਾ ਕਰਕੇ ਲਾਲ ਕਿਲੇ ਤੇ ਝੰਡਾ ਚੜਾਉਣ ਦੀਆਂ ਗੱਲਾਂ ਹੁੰਦੀਆਂ, ਪਰ ਕਿਵੇਂ ਉਹ ਮਤਲਬ ਟੇਢੇ ਮੇਢੇ ਢੰਗਾਂ ਦੇ ਨਾਲ ਉਹਨਾਂ ਦਾ ਵੀ ਮਨੋਰਥ ਜਿਹੜਾ ਹੁੰਦਾ ਵਾ ਸੱਤਾ ਖਿਆ ਕੇ ਤੇ ਆਪਣੀ ਜਿਹੜੀ ਹੈ ਮੌਕਾ ਪ੍ਰਸਤੀ ਹਾਸਲ ਕਰਨਾ ਹੀ ਹੁੰਦਾ ਹੈ। ਤਾਂ ਉਹ ਵੀ ਜਿਹੜੀ ਹੈਗੀ ਆਪਣੇ ਵਰਕਰਾਂ ਨੂੰ ਦਾਤਣ ਵਾਂਗੂ ਚੱਕ ਕੇ ਸੁੱਟਣ ਯਕੀਨ ਰੱਖਦੀ ਹੈ। ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਮਤਲਬ ਮੈਨੂੰ ਜ਼ਿਆਦਾ ਉਹ ਹੈਗੀਆਂ ਹਾਰਟ ਕਰਦੀਆਂ। ਮੈਂ ਕਹਾਣੀ ਲਿਖਣ ਵੱਲ ਰੁਚਿਤ ਹੁੰਦਾ ਤੇ ਜ਼ਿਆਦਾ ਤੌਰ ਤੇ ਇਹ ਜਿਹੜਾ ਮੈਂ, ਕਿਉਂਕਿ ਉਸ ਸਮਾਜ ਦੇ ਖਿੱਤੇ ਦੇ ਵਿੱਚੋਂ ਜਾਂ ਉਸ ਮੇਰਾ ਆਲਾ ਦੁਆਲਾ ਮੈਂ ਦੇਖਦਾ, ਮੈਨੂੰ ਲੱਗਦਾ ਹੈ ਕਿ ਜਿਹੜਾ ਸਦੀਆਂ ਤੋਂ ਜਿਹੜਾ ਸਮਾਜ ਜਿਹੜਾ ਹਾਸ਼ੀਆ ਗ੍ਰਸਤ ਰਿਹਾ ਹੈ, ਉਹਦੇ 'ਚ ਅਜੇ ਵੀ ਕੋਈ ਬਹੁਤੀ ਤਬਦੀਲੀ ਨਹੀਂ ਆਏਗੀ ਸਮਾਜ ਦੇ ਵਿੱਚ ਜਿਹੜੀ ਆਉਣੀ ਚਾਹੀਦੀ ਸੀਗੀ। ਉਹਦੇ ਸੰਘਰਸ਼ ਦੀ ਬਦੌਲਤ ਵੀ ਉਹਨੂੰ ਬਣਦਾ ਸਥਾਨ ਜਿਹੜਾ ਸਮਾਜ 'ਚ ਨਹੀਂ ਹਾਸਲ ਹੋ ਰਿਹਾ। ਤਾਂ ਉਹਦੇ ਕੀ ਸੰਘਰਸ਼ ਦੇ ਰੂਪ ਹੈਗੇ ਆ, ਕਿਵੇਂ ਮਤਲਬ ਮਨੁੱਖ ਦੇ ਅੰਦਰ ਜਿਹੜੇ ਬੈਠੇ ਹੋਏ ਜਿਹੜੇ ਜਾਤੀਵਾਦ ਦੇ ਡੰਗ ਜਿਹੜੇ ਉਹਨੂੰ ਲਗਾਤਾਰ ਪਛਾੜਦੇ ਰਹਿੰਦੇ, ਇਹ ਸਾਰੀਆਂ ਗੱਲਾਂ ਜਿਹੜੀਆਂ
ਮੈਂ ਕੋਸ਼ਿਸ਼ ਕਰਦਾ, ਇਹ ਮੇਰੇ ਲਈ ਸੁਲਝਦੇ ਮਸਲੇ ਹੈ, ਉਹ ਭਾਵੇਂ ਕਿਸਾਨੀ ਦਾ, ਭਾਵੇਂ ਪਿੰਡਾਂ ਦੀ ਮਜ਼ਦੂਰੀ ਦਾ, ਭਾਵੇਂ ਲੜ ਰਹੇ ਮਜ਼ਦੂਰਾਂ ਦਾ, ਭਾਵੇਂ ਲੜ ਰਹੇ ਮੁਲਾਜ਼ਮਾਂ ਦਾ, ਜਾਂ ਮਨੁੱਖ ਦੇ ਜਿਹੜੀ ਹੈਗੀ ਆ ਟੁੱਟ ਰਹੇ ਰਿਸ਼ਤਿਆਂ ਦੀ ਗੱਲ ਹੈ। ਇਹ ਸਾਰੇ ਸੁਲਝਦੇ ਜਿਹੜੇ ਹੈ ਸਮੇਂ ਹੈ, ਇਹਨਾਂ ਨੂੰ ਮੈਂ ਆਪਣੀ ਕਹਾਣੀ 'ਚ ਲਿਆਉਣ ਦੀ ਕੋਸ਼ਿਸ਼ ਕਰ। ਗੁਰਮੀਤ ਕੜਿਆਲਵੀ ਦੀ ਤਾਜੀ ਇੱਕ ਕਹਾਣੀ ਛਪੀ ਹੈ, ਅਲੇਹਾ। ਪਿੰਡ ਦੇ ਵਿੱਚ ਲੇਹਾ ਹੀ ਕਹਿੰਦੇ ਸੀ, ਪਰ ਅਲੇਹਾ ਵੀ ਕਹਿ ਸਕਦੇ ਆ। ਅਲੇਹਾ ਇੱਕ ਜੋ ਪੁੱਠਕੰਡਾ ਜਿਹਾ ਹੁੰਦਾ ਸੀਗਾ, ਜਦੋਂ ਤੁਸੀਂ ਰਾਹ ਦੇ ਵਿੱਚ ਜਾਂਦੇ ਆ ਤਾਂ ਉਹ ਤੁਹਾਡੇ ਕੱਪੜਿਆਂ ਨੂੰ, ਲੱਤਾਂ ਨੂੰ ਚਿੰਬੜ ਜਾਂਦਾ ਸੀ, ਤੇ ਉਹ ਮੁੜ ਕੇ ਬੜਾ ਮਤਲਬ ਲਹਿੰਦਾ ਨਹੀਂ, ਸੌਖਾ ਨਹੀਂ ਲਹਿੰਦਾ ਜਾਣੀ। ਤੇ ਉਹ ਅਲੇਹਾ ਕਹਾਣੀ ਦੇ ਵਿੱਚ ਜਿਹੜੀ ਇਹ ਗੱਲ ਕਰ ਰਿਹਾ ਹੈਗਾ ਕਿ ਜਿਹੜਾ ਸਾਡਾ ਜਾਤ ਪਾਤੀ ਸਿਸਟਮ ਆ, ਉਹ ਕਿੰਨਾ ਸਾਡੇ ਅੰਦਰ ਕਿੱਥੋਂ ਤੱਕ ਧਸਿਆ ਵਿਆ ਹੁੰਦਾ ਕਿ ਸਾਡਾ ਅਵਚੇਤਨ ਦਾ ਹਿੱਸਾ ਬਣ ਚੁੱਕਿਆ। ਤਾਂ ਉਹਦੇ 'ਚ ਵੀ ਇੱਕ ਕੁੜੀ ਹੈ ਇਸ ਕਿਸਮ ਦੀ ਕਿ ਜਿਹੜੀ ਆਪ, ਹਾਲਾਂਕਿ ਉਹਨੂੰ ਮੁਸ਼ਕਲ ਆਈ ਆ ਆਪਣੇ ਵੇਲੇ ਕਿ ਜਾਤ ਪਾਤੀ ਸਿਸਟਮ ਕਰਕੇ ਉਹ ਆਪਣੇ ਮਨਪਸੰਦ ਸਾਥੀ ਦੇ ਨਾਲ ਵਿਆਹ ਨਹੀਂ ਉਹਦਾ ਹੋ ਸਕਿਆ, ਫਿਰ ਬਾਹਰ ਚਲੀ ਜਾਂਦੀ ਹੈ। ਫਿਰ ਬਾਹਰ ਚਲੀ ਜਾਂਦੀ ਵੱਡੀ ਉਮਰ ਦੇ ਬੰਦੇ ਦੇ ਨਾਲ, ਜਿਹੜਾ ਕਿ ਉਹਦਾ ਅਮੀਰ ਹੈ, ਪਰ ਜਦੋਂ ਉਹਦੇ ਬੱਚਾ ਨਹੀਂ ਹੁੰਦਾ ਤੇ ਅੰਤ ਤੇ ਉਹ ਸੋਚ ਰਹੀ ਹੈਗੀ ਹੈ ਕਿ ਵੀ ਮੈਂ ਬੱਚਾ ਅਡਾਪਟ ਕਰ ਲਾਂ। ਪਰ ਜਿਹਦੇ ਨਾਲ ਉਹ ਸਲਾਹ ਕਰ ਰਹੀ ਹੈਗੀ ਹੈ ਤੇ ਉਹਨੂੰ ਦੱਸਦੀ ਹੈ ਕਿ ਵੀ ਮੈਂ ਬੱਚਾ ਵੇਖਿਆ ਵੀ ਸੀ ਜਦੋਂ ਇੰਡੀਆ ਆਈਆਂ, ਤੇ ਪਰ ਉਹ ਇਸ ਕਰਕੇ ਨਹੀਂ ਅਡਾਪਟ ਕਰ ਸਕੀ ਕਿ ਉਹਦਾ ਰੰਗ ਥੋੜਾ ਜਿਹਾ ਜ਼ਿਆਦਾ ਹੀ ਸਾਂਵਲਾ ਸੀ, ਤੇ ਬੱਚਾ ਮਾੜਾ ਮੋਟਾ ਘਰ 'ਚ ਰਲਦਾ ਮਿਲਦਾ ਤਾਂ ਲੱਗੇ, ਉਸ ਤਰ੍ਹਾਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਜਾਣੀ ਕਿਸੇ ਬੰਦੇ ਦੇ ਅੰਦਰ ਭਾਵੇਂ ਉਹਦੇ ਤੋਂ ਆਪ ਵੀ ਉਹ ਦੁਖੀ ਹੋਵੇ, ਪਰ ਉਹਦੇ ਅੰਦਰ ਕਿੰਨਾ ਡੂੰਘੇ 'ਚ ਉਹ ਭਾਵ ਪਿਆ ਹੁੰਦਾ ਹੈ ਕਿ ਉਹ ਉਸ ਦਰਜੇਬੰਦੀ ਦੇ ਵਿੱਚ ਭਾਵੇਂ ਹੇਠਲੇ ਥਾਂ ਤੇ ਖੜਾ ਹੋਵੇ, ਉਹਦੇ ਅੰਦਰ ਵੀ ਕਿੰਨੀਆਂ ਜਿਹੜੀਆਂ ਗਾਂਹ ਤੈਆਂ ਹੁੰਦੀਆਂ। ਮੈਂ ਸਗੋਂ ਚਾਹੂੰਗਾ ਕਿ ਉਹ ਆਪ ਇਸ ਕਹਾਣੀ ਬਾਰੇ ਥੋੜਾ ਜਿਹਾ ਗੱਲ ਤੁਹਾਨੂੰ ਦੱਸਣ ਆਪਣੀ। ਕਹਾਣੀ ਸਾਡੇ ਕੋਲੇ ਕਿਵੇਂ ਆਉਂਦੀ ਹੈਗੀ ਆ, ਬਹੁਤ ਸਾਰੇ ਅਕਸਰ ਜਿਹੜੇ ਆ ਨਵੇਂ ਮੁੰਡੇ ਪੁੱਛ ਲੈਂਦੇ ਜੀ ਸਰ ਕੋਈ ਕਹਾਣੀ ਲਿਖਦੇ ਕਿਵੇਂ ਆ। ਮੰਡ ਸਾਹਿਬ ਨੂੰ ਵੀ ਪੁੱਛਿਆ ਜਾ ਸਕਦਾ, ਥਿੰਦ ਸਾਹਿਬ ਨੂੰ ਪੁੱਛਿਆ ਸਕਦਾ, ਧਾਲੀਵਾਲ ਸਾਹਿਬ ਕਹਾਣੀਕਾਰ ਹੈ। ਮੈਨੂੰ 25 ਸਾਲਾਂ ਬਾਅਦ ਕਿਸੇ ਕੁੜੀ ਦਾ ਫੋਨ ਆਇਆ, ਕੁੜੀ ਤਾਂ ਨਹੀਂ ਹੁਣ ਮਤਲਬ ਚਲੋ ਔਰਤ ਬਣ ਗਈ ਆ ਉਹ ਕਿਸੇ ਟਾਈਮ ਤੇ ਮੇਰੀਆਂ ਕਹਾਣੀਆਂ ਪੜ੍ਹਦੀ ਸੀ ਤੇ ਪੜ੍ਹ ਕੇ ਫੋਨ ਚਿੱਠੀ ਲੈ ਦਿੰਦੀ ਸੀ, ਉਹ ਚਿੱਠੀਆਂ ਲਿਖਣ ਦਾ ਰਿਵਾਜ ਹੁੰਦਾ ਸੀ। ਹੁਣ ਫੋਨਾਂ ਦਾ ਹੋ ਗਿਆ, ਹੁਣ ਫੋਨ ਆਇਆ, ਅਸੀਂ ਸਰ ਪਛਾਣ ਲਿਆ ਮੈਨੂੰ, ਤੇ ਮੈਂ ਕਿਹਾ ਨਹੀਂ ਪਛਾਣਿਆ ਨਹੀਂ, ਉਹ ਦੱਸਿਆ ਉਹਨੇ ਆਪਣਾ ਨਾਲ ਹੀ, ਮੈਂ ਮਨਦੀਪ ਬੋਲਦੀ ਆ। ਅੱਛਾ ਚਲੋ, ਉਹਨੇ ਤਾਂ ਇੰਨੀ ਕੁ ਗੱਲ ਕੀਤੀ ਮੇਰੇ ਨਾਲ, ਫਿਰ ਮੈਨੂੰ ਦੱਸਿਆ ਮੈਂ ਕਿਵੇਂ ਆ ਉੱਥੇ, ਕਿਵੇਂ ਰਹਿ ਰਹੀ ਆ, ਤੇਰੇ ਹਸਬੈਂਡ ਕੀ ਕਰਦੇ ਆ। ਉਹਨੇ ਦੱਸਿਆ ਉਹ ਤਾਂ ਜੀ ਕਾਫੀ ਦਰਦ ਹੈਗੇ ਆ। ਮੈਂ ਕਿਹਾ ਮੈਂ ਤਾਂ ਆਪਦੇ ਅੰਦਾਜ਼ੇ ਨਾਲ ਪੁੱਛਿਆ ਸੀਗਾ, ਉਹ ਕਹਿੰਦੀ ਉਹ ਬਿਰਧ ਹੈਗੇ ਆ। ਚਲੋ ਇੰਨੀ ਕੁ ਗੱਲ ਜਿਹੜੀ ਆ, ਨਾਲ ਦੀ ਨਾਲ ਉਹਨੇ ਮੈਨੂੰ ਇੱਕ ਹੋਰ ਸਵਾਲ ਕਰਤਾ, ਆਂਦੀ ਸਰ ਤੁਹਾਡੀ ਮਿਸਿਜ ਹੈਲਥ ਡਿਪਾਰਟਮੈਂਟ 'ਚ ਆ, ਤੁਸੀਂ ਤੁਹਾਡੇ ਕੋਲ ਤਾਂ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਆ, ਤੇ ਤੁਸੀਂ ਗੌਰ ਰੱਖਿਓ ਮੈਂ ਬੱਚਾ ਕੋਈ ਅਡਾਪਟ ਕਰਨਾ ਹੈ। ਤੇ ਮੈਂ ਉਹਨੂੰ ਮਤਲਬ ਲੱਗਦੇ ਹੱਥੀ ਸਵਾਲ ਕਰਤਾ, ਮੈਂ ਕਿਹਾ ਇੰਗਲੈਂਡ 'ਚ ਬੈਠੇ ਨੂੰ ਇਹ ਸਮੱਸਿਆ ਕੀ ਹੈਗੀ ਹੈ। ਉੱਥੇ ਤਾਂ ਮੈਨੂੰ ਪਤਾ ਲੱਗਾ ਵੀ ਬਹੁਤ ਸਾਰੇ ਜਿਹੜੇ ਆ ਲੋਕਾਂ ਨੇ ਬੱਚੇ ਦੂਜੇ ਦੇਸ਼ਾਂ ਦੇ ਅਡਾਪਟ ਕੀਤੇ ਹੁੰਦੇ ਆ, ਖਾਸ ਤੌਰ ਤੇ ਜਿਹੜੇ ਹੈਗੇ ਆ ਅਫਰੀਕਨ ਦੇਸ਼ ਹੈਗੇ, ਉਹਨਾਂ ਦੇ ਕੀਤੇ ਹੁੰਦੇ ਬੱਚੇ, ਤੁਸੀਂ ਵੀ ਕੋਈ ਕਰ ਲਓ। ਤੇ ਆਂਦੀ ਸਰ ਮੈਂ ਚਾਹੁੰਦੀ ਹਾਂ ਲਈ ਥੋੜਾ ਰਲਦਾ ਮਿਲਦਾ ਜਿਹਾ ਹੋਵੇ। ਗੱਲ ਤਾਂ ਇੰਨੀ ਸੀਗੀ ਤੇ ਮੈਨੂੰ ਲੱਗਾ ਵੀ ਮਨੁੱਖ ਦੇ ਉਚੇਤਨ ਦੇ ਵਿੱਚ ਇਹ ਗ੍ਰੰਥੀਆਂ ਕਿਹੋ ਜਿਹੀਆਂ ਪਈਆਂ ਹੋਈਆਂ ਹੈਗੀਆਂ। ਤੇ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਉਹਦੇ ਅਫੇਅਰਸ ਦਾ ਵੀ ਪਤਾ ਸੀਗਾ, ਤਾਂ ਉਹ ਵੀ ਉਸ ਅਫੇਅਰ ਜਿਹੜਾ ਹੈਗਾ ਉਹਦਾ ਇੰਟਰਕਾਸਟ ਹੈ, ਉਹਨੇ ਆਪ ਦੁੱਖ ਭੋਗਿਆ, ਉਹਦਾ ਇਸ ਕਰਕੇ ਵਿਆਹ ਨਹੀਂ ਹੋ ਸਕਿਆਗਾ। ਤਾਂ ਉਹ ਮਤਲਬ ਜਿਹੜੀ ਗੱਲ ਦਾ ਦੁੱਖ ਭੋਗਿਆ ਉਹਦੇ ਬਾਵਜੂਦ ਉਹਦੇ ਅੰਦਰ ਏਡੀ ਵੱਡੀ ਗ੍ਰੰਥੀ ਬਣੀ ਹੋਈ ਹੈਗੀ ਹੈ। ਤੇ ਇਹ ਗ੍ਰੰਥੀਆਂ ਜਿਹੜੀਆਂ ਮਨੁੱਖ ਦੇ ਅੰਦਰ ਬਣੀਆਂ ਹੋਈਆਂ, ਸਾਨੂੰ ਹਰ ਥਾਂ ਤੇ ਜਦੋਂ ਅਸੀਂ ਕਹਿ ਦਿੰਦੇ ਯਾਰ ਵੇਖਣ ਨੂੰ ਤਾਂ ਤੂੰ ਲੱਗਦਾ ਨਹੀਂ, ਵੇਖਣ ਨੂੰ ਤਾਂ ਵੈਸੇ ਸਧਾਰਨ ਕਹਿੰਦੇ ਬੰਦਾ ਖਾਨਦਾਨ ਨਹੀਂ ਹੈ ਯਾਰ, ਵੇਖਣ ਨੂੰ ਤਾਂ ਲੱਗਦਾ ਨਹੀਂ, ਵੇਖਣ ਨੂੰ ਹੋਰ ਉਹਦੇ ਮੱਥੇ ਦੇ ਉੱਤੇ ਕੋਈ ਇਸ਼ਤਿਹਾਰ ਥੋੜਾ ਚਿਪਕਾਉਣਾ ਹੈਗਾ।
ਇਸ ਤਰ੍ਹਾਂ ਦੀਆਂ ਗ੍ਰੰਥੀਆਂ ਮਨੁੱਖ ਦੇ ਅੰਦਰ ਹੀ ਹੈਗੀਆਂ ਵਾ। ਐਂ ਕਹਾਣੀਆਂ ਚੱਲ ਕੇ ਆ ਜਾਂਦੀਆਂ। ਲੇਖਕ ਕੋਲੇ ਬਹੁਤ ਕਈ ਵਾਰ ਲਿਸ਼ਕਾਰਾ ਜਿਹਾ ਆਉਂਦਾ ਤੇ ਉਹਨੂੰ ਫੜ ਕੇ ਉਹਦੇ ਮਗਰ ਮਗਰ ਤੁਰ ਪੈਂਦਾ। ਬਹੁਤ ਸਾਰੇ ਟੋਟੇ ਜਿਹੜੇ ਆ ਹੋਰ ਕਹਾਣੀਆਂ ਦੇ ਵੀ ਉਹਦੇ ਨਾਲ ਜੁੜ ਜਾਂਦੇ ਆ। ਗੱਲਾਂ ਹੋਰ ਕਰਾਂਗੇ। ਸੁਖਪਾਲ ਸਿੰਘ ਹੋਰਾਂ ਦੀ ਕਹਾਣੀ ਕਾਲਖ ਕੋਠੜੀ ਦਾ ਜ਼ਿਕਰ ਗੁਰਮੀਤ ਕੜਿਆਲਵੀ ਹੋਰਾਂ ਨੇ ਵੀ ਕੀਤਾ, ਜਿਹੜੀ ਕਿ ਇੱਕ ਕਹਿ ਲਓ ਕਿ ਰਾਜਸੀ ਚੇਤਨਾ ਵਾਲੀ ਕਹਾਣੀ ਹੈ ਕਿ ਕਿਸ ਤਰ੍ਹਾਂ ਸਾਡੀਆਂ ਰਾਜਸੀ ਜਿਹੜੀ ਸਿਆਸਤ ਹੈਗੀ ਆ, ਕਿਸ ਤਰ੍ਹਾਂ ਰਾਜਸੀ ਪਾਰਟੀਆਂ ਦਾ ਇੱਕ ਕੜਮਾਸ ਪਿਆ ਹੋਇਆ। ਤੁਹਾਡੇ ਸਾਹਮਣੇ ਹੁਣ ਇੱਕ ਤਰ੍ਹਾਂ ਨਾਲ ਤਾਂਡਵ ਨਾਚ ਹੋ ਰਿਹਾ ਹੈਗਾ ਸਾਰੀਆਂ ਪਾਰਟੀਆਂ ਵੱਲੋਂ ਹੀ, ਕਿ ਜਿਵੇਂ ਲੋਕਾਂ ਨੂੰ ਮੁਫਤ ਦੇਣ ਦੀ ਜਿਹੜੇ ਲਾਰੇ ਦਿੱਤੇ ਜਾ ਰਹੇ ਹੈ ਤੇ ਉਹਦੇ ਇਸ਼ਤਿਹਾਰ ਵੀ ਬੜੇ ਵੱਡੇ ਛਪਦੇ ਆ, ਪਰ ਹਕੀਕੀ ਰੂਪ ਦੇ ਵਿੱਚ ਜਿਹੜੇ ਬਿਲਕੁਲ ਉਹਨਾਂ ਦੇ ਨੱਕ ਦੇ ਥੱਲੇ ਬੈਠ ਕੇ ਕੋਈ ਚੀਜ਼ਾਂ ਆਪਣੇ ਹੱਕ ਵਜੋਂ ਮੰਗ ਰਹੇ ਹੈਗੇ ਆ, ਉਹ ਕੁਛ ਉਹਨਾਂ ਵੱਲ ਉਹ ਝਾਕਦੇ ਵੀ ਨਹੀਂਗੇ। ਬਲਕਿ ਦਿੱਲੀ ਦੇ ਅਧਿਆਪਕਾਂ ਦੇ ਵਿੱਚ ਜਾ ਕੇ ਬੈਠ ਕੇ ਨਾਅਰੇ ਮਾਰ ਸਕਦੇ ਆ, ਪਰ ਆਪਦੇ ਅਧਿਆਪਕ ਸੜਕਾਂ ਤੇ ਬੈਠੇ ਰਹਿਣ, ਭਾਵੇਂ ਆਲੇ ਦੁਆਲੇ ਜੋ ਮਰਜ਼ੀ ਹੋਈ ਜਾਵੇ, ਉਹ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਤਾਂ ਸੁਖਪਾਲ ਨੇ ਉਹ ਕਹਾਣੀ ਲਿਖੀ ਕਾਲਖ ਕੋਠੜੀ, ਤਾਂ ਮੈਂ ਚਾਹੂੰਗਾ ਕਿ ਉਸ ਦੇ ਹਵਾਲੇ ਨਾਲ ਜਿਹੜੀ ਹੈਗੀ ਆ ਉਹ ਨਾਲ ਸੁਲਗਦੇ ਸਮਿਆਂ ਦੀ ਦਾਸਤਾਨ ਹੀ ਹੈ ਉਹ ਵੀ ਕਹਾਣੀ, ਔਰ ਨਾਲ ਬਿਲਕੁਲ ਤਾਜ਼ਾ ਤਰੀਨ ਸਿਆਸਤ ਬਾਰੇ ਇੱਕ ਬੜੀ ਗੰਭੀਰ ਟਿੱਪਣੀ ਹੈ। ਸੁਖਪਾਲ ਬਾਰੇ ਮੇਰੀ ਸਮਝ ਇਹ ਹੈਗੀ ਹੈ ਕਿ ਇਹ ਆਮ ਤੌਰ ਤੇ ਚਿੰਤਨੀ ਕਿਸਮ ਦੀ ਕਹਾਣੀ ਲਿਖਦਾ, ਜਾਣੀ ਗਲਪ ਬਿੰਬ ਤਾਂ ਬਣਾਉਂਦਾ ਹੀ ਬਣਾਉਂਦਾ ਹੈ, ਬਲਕਿ ਉਹਦੇ ਨਾਲ ਨਾਲ ਕੋਸ਼ਿਸ਼ ਕਰਦਾ ਹੈ ਕਿ ਉਸ ਸਮਾਜਿਕ ਵਰਤਾਰੇ ਬਾਰੇ ਕੋਈ ਚਿੰਤਨ ਵੀ ਸਾਹਮਣੇ ਆਵੇ, ਉਹਦੀ ਸਮਝ ਵੀ ਸਾਹਮਣੇ ਆਵੇ, ਇਹਦਾ ਯਤਨ ਰਹਿੰਦਾ ਹੈਗਾ। ਤਾਂ ਮੈਂ ਉਹਨਾਂ ਦੋਨਾਂ ਗੱਲਾਂ ਦੇ ਹਵਾਲੇ ਨਾਲ ਚਾਹੂੰਗਾ ਕਿ ਸੁਖਪਾਲ ਗੱਲ ਕਰੇ। ਸ਼ੁਕਰੀਆ ਧਾਲੀਵਾਲ ਸਾਹਿਬ ਤੇ ਸਤਿਕਾਰਤ ਇੱਥੇ ਹਾਜ਼ਰ ਸਾਹਿਤ ਨੇ ਦੋਸਤੋ। ਗੱਲਾਂ ਸ਼ੁਰੂ ਹੋਈਆਂ ਨੇ ਸੁਲਗ ਦੇ ਸਮਿਆਂ ਦੀਆਂ। ਮੈਨੂੰ ਲੱਗਦਾ ਹੈ ਕਿ ਸਾਡੇ ਆਸ-ਪਾਸ ਇੰਨਾ ਕੁਝ ਵਾਪਰ ਰਿਹਾ ਹੈ, ਉਹ ਭਾਵੇਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਥਾਂ ਥਾਂ ਤੇ ਹੋ ਰਹੀਆਂ ਹੜਤਾਲਾਂ, ਟੁੱਟ ਰਿਹਾ ਬੈਰੀਅਰ, ਜਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਹੈ ਥਾਂ ਥਾਂ ਤੇ ਧਰਨਿਆਂ ਤੇ ਬੈਠਾ ਹੋਇਆ। ਸਿਰਫ ਕਿਸਾਨਾਂ ਦੀ ਗੱਲ ਨਹੀਂ, ਸਮੁੱਚੇ ਸਮਾਜ ਦੇ ਵਿੱਚ ਹੀ ਇੰਨਾ ਕੁਝ ਵਾਪਰ ਰਿਹਾ ਹੈ। ਇੱਕ ਨਵੇਂ ਤਰ੍ਹਾਂ ਦੀ ਤਬਦੀਲੀ ਜਿਹੜੀ ਹੈ ਸਮਾਜ ਦੇ ਵਿੱਚ ਜਾਤੀਗਤ ਤੌਰ ਤੇ, ਜਮਾਤੀਗਤ ਤੌਰ ਤੇ ਦੇਖ ਰਹੇ ਹਾਂ, ਉਹ ਵੀ ਸੁਲਗ ਦੇ ਸਮਿਆਂ ਦੀ ਹੀ ਗੱਲ ਹੈ। ਇਹਨਾਂ ਸਮਿਆਂ 'ਚ ਇੰਨਾ ਕੁਝ ਰਿੜਕ ਹੋ ਰਿਹਾ ਹੈ ਔਰ ਉਹਦੇ ਚੋਂ ਬਹੁਤ ਕੁਝ ਨਿੱਤਰ ਕੇ ਵੀ ਸਾਹਮਣੇ ਆ ਰਿਹਾ ਹੈ। ਲੇਖਕ ਹੋਣ ਦੇ ਨਾਤੇ ਲੇਖਕ ਨੇ ਉਹੀ ਸਾਰਾ ਕੁਝ ਫੜਨਾ ਹੁੰਦਾ ਹੈ ਜੋ ਕੁਝ ਸਾਹਮਣੇ ਤੈਨੂੰ ਵਾਪਰਦਾ ਦਿਸਦਾ, ਉਸ ਦੀਆਂ ਪਿਛਲੀਆਂ ਤਹਿਾਂ ਦੇ ਵਿੱਚ ਜੋ ਕੁਝ ਕਾਰਜਸ਼ੀਲ ਹੈ ਉਹ ਲੇਖਕ ਨੇ ਫੜਨਾ ਹੁੰਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਦੇ ਵਿੱਚ ਲੇਖਕ ਦੀ ਭੂਮਿਕਾ ਪਹਿਲੇ ਸਮਿਆਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ। ਉਸ ਵੇਲੇ ਜਦੋਂ ਸੱਚ ਦੇ ਤੁਹਾਨੂੰ 3, 4, 5, 6 ਰੂਪ ਵੀ ਤੁਹਾਡੇ ਸਾਹਮਣੇ ਪਏ ਨੇ, ਵੱਖ-ਵੱਖ ਟੁਕੜਿਆਂ 'ਚ ਵੰਡੇ ਹੋਏ ਸੱਚ ਦੇ ਰੂਪ। ਦਿੱਲੀ ਤੋਂ ਚੱਲਣ ਵਾਲਾ ਮੀਡੀਆ ਤੁਹਾਨੂੰ ਕਿਸਾਨ ਅੰਦੋਲਨ ਨੂੰ ਕਿਸੇ ਹੋਰ ਤਰੀਕੇ ਨਾਲ ਪੇਂਟ ਕਰ ਰਿਹਾ। ਸਾਡਾ ਪੰਜਾਬ ਦਾ ਮੀਡੀਆ ਉਸੇ ਹੀ ਅੰਦੋਲਨ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖ ਰਿਹਾ ਹੈ। ਉਹਦੇ ਵਿੱਚ ਵੀ ਧਿਰਾਂ ਨੇ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਨੇ, ਉਹਦੇ ਵਿੱਚ ਛਪਣ ਵਾਲੇ ਲੇਖ ਨੇ, ਉਹਨਾਂ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖ ਰਿਹਾ ਹੈ। ਇਹਨਾਂ ਵਿਚਾਰਾਂ ਦਾ ਭੇੜ, ਇਹਨੇ ਆਪਣੇ ਆਪਣੇ ਸੱਚਾਂ ਦਾ ਜਿਹੜਾ ਭੇੜ ਹੈ ਉਹ ਇਸ ਵੇਲੇ ਮਚਿਆ ਹੋਇਆ ਹੈ। ਇਹ ਸੱਚੀ ਮੁੱਚੀ ਇੱਕ, ਮੈਂ ਜਦੋਂ ਲੇਖਕ ਹੋਣ ਦੇ ਨਾਤੇ ਇਹ ਸਾਰਾ ਕੁਝ ਦੇਖਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਮੈਂ ਲਿਖਣ ਵੀ ਤਾਂ ਹੀ ਸ਼ਾਇਦ ਇਹ ਲੱਗਾ
ਕਿਉਂਕਿ ਮੇਰੇ ਕੋਲ ਉਹਨਾਂ ਜਿਹੜੇ ਆਪਣੇ ਆਪਣੇ ਸੱਚ ਨੇ ਉਹਨਾਂ ਲੋਕਾਂ ਦੇ, ਉਹਨਾਂ ਵਿੱਚ ਮੈਨੂੰ ਇੰਨੇ ਟੇਢੇ ਅਕਸ ਦਿਸਦੇ ਨੇ। ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਆਮ ਜਿਹੜਾ ਬੰਦਾ ਹੈ ਉਹਦਾ ਦੁੱਖ ਦਰਦ ਤਾਂ ਕਿਤੇ ਦਫਨ ਹੋ ਜਾਂਦਾ ਹੈ, ਉਹਦੀ ਜਿਹੜੀ ਚੀਕ ਹੈ ਉਹ ਤਾਂ ਸੁਣਾ ਹੀ ਨਹੀਂ ਦਿੰਦੀ, ਉਹ ਤਾਂ ਸਤਾ ਦੇ ਥੱਲੇ ਹੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਔਰ ਉਸੇ ਦਰਦ ਦੇ ਵਿੱਚੋਂ ਹੀ ਮੇਰੀ ਜਿਹੜੀ ਸਿਰਜਣਾ ਸ਼ੁਰੂ ਹੁੰਦੀ ਹੈ। ਡਾਕਟਰ ਧਾਲੀਵਾਲ ਹੋਰਾਂ ਨੇ ਜ਼ਿਕਰ ਕੀਤਾ ਕਾਲ ਕੋਠੜੀ ਕਹਾਣੀ ਦਾ। ਉਹ ਕਹਾਣੀ ਪੰਜਾਬ ਦੇ ਵਿੱਚ ਜਿਸ ਨੂੰ ਇਨਕਲਾਬ ਕਿਹਾ ਗਿਆ, ਆਪ ਦੀ ਜਿਹੜੀ ਮੂਵਮੈਂਟ ਸੀ ਉਸ ਦੀ ਪ੍ਰਿਸ਼ਠ ਭੂਮੀ ਦੇ ਵਿੱਚ ਉਹ ਕਹਾਣੀ ਲਿਖੀ ਗਈ। ਬੜਾ ਕੁਝ ਵਾਪਰ ਰਿਹਾ ਸੀ, ਬੜੀਆਂ ਆਸਾਂ ਉਮੀਦਾਂ, ਔਰ ਮੇਰੇ ਬਹੁਤ ਨੇੜਲੇ ਕੁਝ ਦੋਸਤ ਮਿੱਤਰ ਔਰ ਖਾਸ ਤੌਰ ਤੇ ਕੁਝ ਹਮ ਉਮਰ ਲੜਕੀਆਂ ਜਿਹੜੀਆਂ ਇਸ ਅੰਦੋਲਨ ਨਾਲ ਜੁੜੀਆਂ ਹੋਈਆਂ ਸੀ, ਉਹ ਜਦੋਂ ਅੰਦੋਲਨ ਚ ਬਹੁਤ ਅੱਗੇ ਚਲੇ ਗਈਆਂ ਤੇ ਇੱਕ ਦਿਨ ਮੇਰੇ ਕੋਲ ਆਈਆਂ 2 ਜਾਣੀਆਂ। ਉਹਨਾਂ ਚੋਂ ਇੱਕ ਨੇ ਮੈਨੂੰ ਕਲਾਵੇਂ ਚ ਲੈ ਲਿਆ ਤੇ ਭੁੱਬਾ ਮਾਰ ਕੇ ਰੋ ਪਈ। ਕਹਿੰਦੀ ਸੁਖਪਾਲ, ਅਸੀਂ ਜਿਹੜੇ ਸੁਪਨੇ ਲੈਨੇ ਆ ਇਨਕਲਾਬਾਂ ਦੇ, ਉਹ ਕਿਰਾਏ ਕਿਉਂ ਪੈ ਜਾਂਦੇ ਨੇ? ਉਹਦਾ ਇੱਕ ਵਾਕ ਹੀ ਸੀ। ਮੇਰੇ ਅੰਦਰ ਕਹਾਣੀ ਤੁਰ ਪਈ, ਕਿਉਂਕਿ ਉਹ ਅੰਦੋਲਨ ਨੂੰ ਮੈਂ ਵੀ ਇੱਕ ਪੁੱਠੀ ਦਿਸ਼ਾ ਵੱਲ ਜਾਂਦਿਆਂ ਤੱਕ ਰਿਹਾ ਸੀ। ਬਸ ਫਿਰ ਉਹ ਟ੍ਰਿਗਰ ਹੋਣਾ ਹੁੰਦਾ ਤੁਹਾਡਾ ਕੁਝ ਨਾ ਕੁਝ। ਉਹ ਇੱਕ ਜਿੱਦਾਂ ਸ਼ੁਰੂਆਤ ਹੁੰਦੀ ਹੈ, ਉਹ ਸ਼ੁਰੂਆਤ ਹੋ ਗਈ ਤੇ ਉਹ ਜਿਹੜੇ ਸਾਹਮਣੇ ਆਉਂਦੇ ਸੱਚ ਜਿਹੜੇ ਸੀ ਤੇ ਉਹਨਾਂ ਸੱਚਾਂ ਦੇ ਪਿਛਲੇ ਜਿਹੜੇ ਸੱਚ ਸੀ ਉਹ ਫਿਰ ਜੁੜਨੇ ਸ਼ੁਰੂ ਹੋ ਗਏ। ਤੇ ਉਹਦੇ ਚੋਂ ਕਹਾਣੀ ਕਾਲ ਕੋਠੜੀ ਜਿਹੜੀ ਹੈ ਉਹ ਰੂਪ ਲੈਂਦੀ ਹੈ। ਵੱਡੇ ਮਸਲੇ ਨੇ ਸਾਡੇ। ਪੰਜਾਬ ਜਿਹੜਾ ਹੈ ਹਮੇਸ਼ਾ ਹੀ ਤਬਦੀਲੀ ਲਈ ਤਿਆਰ ਰਹਿੰਦਾ ਹੈ ਔਰ ਸਭ ਤੋਂ ਲੀਡ ਲੈਂਦਾ ਹੈ ਅਕਸਰ ਇਹਨਾਂ ਕੰਮਾਂ 'ਚ। ਹੁਣ ਦੇ ਕਿਸਾਨੀ ਅੰਦੋਲਨ ਨੇ ਤਾਂ ਇਹ ਗੱਲ ਸਿੱਧੀ ਕਰਤੀ। ਇੱਕ ਬੇਚੈਨੀ ਹੈ ਪੰਜਾਬ ਦੇ ਵਿੱਚ, ਮੈਂ ਦੇਖਦਾ ਜਦੋਂ ਮੈਂ ਇੱਕ ਸਿਰਜਕ ਤੌਰ ਤੇ ਦੇਖਦਾ, ਮੈਨੂੰ ਟੋਟਲ ਸਾਰੇ ਸਮਾਜ 'ਚ ਇੱਕ ਬੇਚੈਨੀ ਦਿਖ ਰਹੀ ਹੈ। ਉਹ ਜਿਹੜੀ ਬੇਚੈਨੀ ਹੈ ਉਹ ਮੈਨੂੰ ਵੀ ਬੇਚੈਨ ਕਰਦੀ ਹੈ। ਆਮ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਾਇਦ ਉਹ ਤੰਗ ਨਾ ਕਰਦੀ ਹੋਵੇ, ਉਹ ਸੁਭਾਵਿਕ ਰੂਪ 'ਚ ਕਈ ਵਾਰ ਗੱਲਾਂ ਕਰ ਜਾਂਦੇ ਨੇ। ਮੈਂ ਕਾਲਜ 'ਚ ਕੰਮ ਕਰਦਾ, ਪੱਕਾ ਪ੍ਰੋਫੈਸਰ ਹਾਂ, 1.5-2 ਲੱਖ ਦੀ ਤਨਖਾਹ ਵਾਲਾ ਪ੍ਰੋਫੈਸਰ। ਮੈਂ ਉਹ ਸ਼੍ਰੇਣੀ ਦਾ ਹਾਂ। ਸਾਡੇ ਵਰਗ ਦੇ ਵਿੱਚ ਹੀ ਇੰਨੀਆਂ ਸ਼੍ਰੇਣੀਆਂ ਬਣਾਤੀਆਂ। 2 ਦਿਨ ਪਹਿਲਾਂ ਦੀ ਗੱਲ ਹੈ, ਸਾਡੇ ਕਾਲਜ ਦੇ ਹੀ ਇੱਕ ਬਹੁਤ, ਜਿਹਨੂੰ ਕਹਿ ਲਓ ਜਿਨ੍ਹਾਂ ਨੇ ਸਾਨੂੰ ਸਮਝਾਉਣਾ ਹੈ, ਉਹ ਕਹਿੰਦੇ ਆ ਜਿਹੜੀ ਜਿਹੜਾ ਚੱਲ ਰਿਹਾ ਗੈਸਟ ਫੈਕਲਟੀ ਦੇ ਪਾਰਟ ਟਾਈਮਰ ਦੀ ਜਿਹੜੀ ਐਜੀਟੇਸ਼ਨ ਹੈ, ਉਹ ਕਹਿੰਦੇ ਵੀ ਇਹ ਤਾਂ ਕੱਢ ਦੇਣੇ ਚਾਹੀਦੇ। ਇਟਸ ਆਲ ਬੈਕਡੋਰ ਐਂਟਰੀ। ਉਹਨਾਂ ਨੇ, ਮੈਨੂੰ ਲੱਗਾ ਵੀ ਇੰਨੀ ਵੱਡੀ ਗੱਲ ਕਹਿਣ ਲੱਗਿਆ ਉਹਨਾਂ ਦੇ ਮਨਾਂ ਤੇ ਭਾਰ ਹੀ ਕੋਈ ਨਹੀਂ ਪਿਆ। ਉਹ ਤਾਂ ਗੱਲ ਕਹਿ ਕੇ ਚਲੇ ਗਏ। ਖੈਰ ਮੈਂ ਉਹਨਾਂ ਨਾਲ ਥੋੜੀਆਂ ਗੱਲਾਂ ਕੀਤੀਆਂ ਵੀ ਜਿਹੜੇ 20-20 ਸਾਲ ਤੋਂ ਲੱਗੇ ਹੋਏ ਬੰਦੇ, ਜਿਨ੍ਹਾਂ ਨੇ ਇੱਕ ਪੂਰੀ ਜ਼ਿੰਦਗੀ ਜਿਹੜੀ ਉਹਨਾਂ ਦੀ ਸਿਰਜਣਾਤਮਕ ਜ਼ਿੰਦਗੀ ਸੀ, ਜਦੋਂ ਉਹਨਾਂ ਨੇ ਸਮਾਜ ਨੂੰ ਕੁਝ ਦੇਣਾ ਸੀ, ਇਹ ਬੰਦੇ ਦੀ ਜਿਹੜੀ ਕੁਝ ਸਿਰਜਣ ਵਾਲੀ ਇੱਕ ਉਮਰ ਹੁੰਦੀ ਹੈ, ਜਦੋਂ ਉਹਨੇ ਕੁਝ ਨਵਾਂ ਬੀਜਣਾ ਹੁੰਦਾ ਹੈ, ਉਹਦੇ ਚੋਂ ਕੁਝ ਉੱਗਣਾ ਹੁੰਦਾ ਹੈ। ਔਰ ਉਹ ਜਿਹੜੇ ਜ਼ਿੰਦਗੀ ਦੇ 20-20 ਸਾਲ ਨੌਜਵਾਨਾਂ ਦੇ ਇਵੇਂ ਹੀ ਉਜਾੜ ਦਿੱਤੇ ਗਏ ਨੇ, ਉਹਨਾਂ ਲਈ ਜਵਾਬਦੇਹ ਕੌਣ ਹੈ? ਤੁਸੀਂ ਇੱਕ ਵਾਕ ਨਾਲ ਹੀ ਕਹਿ ਸਕਦੇ ਹੋ ਕਿ ਇਹਨਾਂ ਨੂੰ ਕਰ ਦੇਣਾ ਚਾਹੀਦਾ ਹੈ। ਸਿੰਪਲ ਗੱਲ ਇੰਨੀ ਹੈ, ਲੇਕਿਨ ਆਮ ਬੰਦੇ ਨੂੰ ਇੰਨੀ ਸਿੰਪਲ ਲੱਗ ਸਕਦੀ ਹੈ। ਸੁਖਪਾਲ ਥਿੰਦ ਨੂੰ ਜਾਂ ਮੇਰੇ ਵਰਗੇ ਕਿਸੇ ਲੇਖਕ ਨੂੰ ਉਹ ਇਹ ਗੱਲ ਇੰਨੀ ਸਿੰਪਲ ਨਹੀਂ ਲੱਗ ਸਕਦੀ। ਜਿਹੜੀਆਂ 2 ਪੀੜ੍ਹੀਆਂ ਬਰਬਾਦ ਕਰਤੀਆਂ 20 ਸਾਲਾਂ ਦੇ ਵਿੱਚ, 25 ਸਾਲ ਦੇ ਵਿੱਚ, ਉਹਦਾ ਜਵਾਬਦੇਹ ਕੌਣ ਹੈ? ਇਹ ਜਿਹੜੀ ਜਵਾਬਦੇਹੀ ਹੈ, ਇਹ ਤੈਨੂੰ ਪ੍ਰੇਰਦੀ ਹੈ ਕਿ ਕੁਝ ਗੱਲ ਕਰਨੀ ਪੈਣੀ ਹੈ। ਮੈਂ ਕਹਾਣੀਕਾਰ ਹਾਂ, ਮੇਰਾ ਮਾਧਿਅਮ ਗੱਲ ਕਹਿਣ ਦਾ ਜਿਹੜਾ ਹੈ ਉਹ ਗਲਪ ਹੈ। ਗਲਪ ਜ਼ਿਆਦਾ ਜਿਹਦਾ ਧਾਲੀਵਾਲ ਸਾਹਿਬ ਗੱਲ ਕਰ ਰਹੇ ਸੀ, ਗਲਪ ਜ਼ਿਆਦਾ ਲਾਊਡ ਨਹੀਂ ਹੋ ਸਕਦਾ। ਗਲਪ ਦੇ ਵਿੱਚ ਤੁਸੀਂ ਗੱਲ ਸੂਖਮ ਢੰਗ ਨਾਲ ਕਹਿਣੀ ਹੁੰਦੀ ਹੈ। ਗਲਪ ਦੇ ਵਿੱਚ
ਹਥੋੜੇ ਵਾਲਾ, ਜਿੱਦਾਂ ਤਾਲੇ ਨੂੰ ਆਪਾਂ ਖੋਲਦੇ ਨਾ ਤਾਂ ਹਥੋੜਾ ਮਾਰ ਕੇ ਨਹੀਂ ਖੋਲਦੇ, ਇਹਦਾ ਸਬੰਧ ਜਿਹੜਾ ਹੈ ਉਹ ਚਾਬੀ ਵਾਲਾ ਹੈ। ਜਿੱਦਾਂ ਚਾਬੀ ਮਲਕੜੇ ਜਿਹੇ ਉਹਦੇ ਅੰਦਰ ਦਾਖਲ ਹੋ ਜਾਂਦੀ ਹੈ ਤੇ ਬਸ ਥੋੜਾ ਜਿਹਾ ਉੱਤੇ ਤੁਸੀਂ ਦਬਾਅ ਪਾਉਨੇ ਆ ਤੇ ਜਿੰਦਾ ਖੁੱਲ ਜਾਂਦਾ ਹੈ। ਗਲਪ ਦੀ ਜਿਹੜੀ ਰਚਨਾ ਹੈ ਉਹ ਵੀ ਮੈਨੂੰ ਲੱਗਦਾ ਹੈ ਕਿ ਉਸ ਚਾਬੀ ਵਰਗੀ ਹੈ, ਜਿਹੜੀ ਜ਼ਿਆਦਾ ਜਿਹਦੇ ਕੋਲ ਤਾਕਤ ਨਹੀਂ ਹੈ ਉਸ ਰੂਪ ਚ, ਲੋਹੇ ਦੇ ਰੂਪ ਵਿੱਚ ਹਥੋੜੇ ਕੋਲ ਜ਼ਿਆਦਾ ਤਾਕਤ ਹੈ ਔਰ ਉਹ ਬਾਹਰੀ ਸਤ੍ਹਾ ਤੇ ਅਟੈਕ ਕਰਦਾ ਹੈ ਪਰ ਹਥੋੜਾ ਅੰਦਰ ਨਹੀਂ ਇੰਟਰ ਕਰਦਾ। ਇਹ ਗਲਪ ਵੀ ਜਿਹੜਾ ਹੈ ਉਹ ਚਾਬੀ ਵਾਂਗ ਹੈ, ਜਿਹੜਾ ਸਾਡੇ ਮਨ ਮਸਤਕ ਦੇ ਵਿੱਚ ਅੰਦਰ ਚਲਾ ਜਾਂਦਾ ਹੈ ਔਰ ਚੁੱਪ ਚਪੀਤੇ ਹੀ ਫਿਰ ਉਹਨੂੰ ਜ਼ੋਰ ਨਹੀਂ ਲਾਉਣਾ ਪੈਂਦਾ। ਉਹ ਫਿਰ ਚੁੱਪ ਚਪੀਤੇ ਹੀ ਜਿਹੜੇ ਮਨ ਮਸਤਕ ਦੇ ਦਰਵਾਜ਼ੇ ਨੇ ਉਹ ਖੋਲਦਾ ਹੈ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਔਰ ਇਸੇ ਕਰਕੇ ਹੀ ਉਹਦੀ ਸੁਰ ਭਾਵਾਂ ਬੜੀ ਧੀਮੀ ਹੁੰਦੀ ਹੈ, ਉਹਦਾ ਵਜੂਦ ਭਾਵਾਂ ਬੜਾ ਨਾਜ਼ੁਕ ਜਿਹਾ ਵੀ ਹੁੰਦਾ ਹੈ, ਲੇਕਿਨ ਉਹ ਕੰਮ ਵੱਡੇ ਕਰਦਾ ਹੈ। ਦਿਮਾਗਾਂ ਦੇ ਬੰਦ ਤਾਲੇ, ਔਰ ਉਹ ਤਾਲੇ ਜਿਹੜੇ ਸਤਾ ਵੱਲੋਂ ਅਕਸਰ ਬੰਦ ਕਰ ਦਿੱਤੇ ਜਾਂਦੇ ਨੇ। ਔਰ ਇਸ ਯੁੱਗ ਦੇ ਵਿੱਚ ਜਦੋਂ ਤਾਲਿਆਂ ਨੂੰ ਬੰਦ ਕਰਨ ਦੀਆਂ ਤਾਕਤਾਂ ਐਡੀਆਂ ਤਾਕਤਵਰ ਨੇ, ਉਹਨਾਂ ਕੋਲ ਇੰਨੀ ਬੰਬਾਰਮੈਂਟ ਕਰਨ ਲਈ ਤੁਹਾਡੇ ਸਾਰਾ ਕੁਝ ਪਿਆ ਹੈ, ਉਸ ਵੇਲੇ ਇਹ ਜਿਹੜੀਆਂ ਚਾਬੀਆਂ ਨੇ ਇਹਨਾਂ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਉਹੀ ਚਾਬੀਆਂ ਲਾਉਣ ਦਾ ਯਤਨ ਕਰ ਰਿਹਾ ਹਾਂ। ਅੱਜ ਤੋਂ ਕੁਝ ਵਰੇ ਪਹਿਲਾਂ ਇੱਕ ਗੱਲ ਆਮ ਹੀ ਕਹੀ ਜਾਂਦੀ ਸੀਗੀ ਪੰਜਾਬੀ ਗਲਪ ਬਾਰੇ ਕਿ ਵੀ ਇਹਦੇ ਵਿੱਚ ਜਿਹੜੇ ਨਾਇਕ ਪੇਸ਼ ਕੀਤੇ ਜਾ ਰਹੇ ਨੇ ਉਹ ਹਾਰੇ ਹੋਏ ਬੰਦੇ ਨੂੰ ਕੇਂਦਰੀ ਪਾਤਰ ਬਣਾਇਆ ਜਾਂਦਾ ਹੈ। ਤੇ ਆਮ ਤੌਰ ਤੇ ਜਦੋਂ ਕਿਤੇ ਲੇਖਕਾਂ ਨੂੰ ਇਹ ਗਲਪਕਾਰਾਂ ਨੂੰ ਇਹ ਸਵਾਲ ਕੋਈ ਪੁੱਛਦਾ ਸੀ ਇੰਟਰਵਿਊ ਲੈਣ ਵਾਲਾ ਕਿ ਵੀ ਕੀ ਇੰਨੀ ਨਿਰਾਸ਼ਾ ਵਾਲਾ ਪਾਤਰ ਜਾਂ ਕੇਂਦਰੀ ਪਾਤਰ ਨਾਇਕ ਕਿਉਂ ਚਿੱਤਰਿਆ ਜਾ ਰਿਹਾ, ਤੇ ਕਈ ਵਾਰੀ ਜਵਾਬ ਇਸ ਤਰ੍ਹਾਂ ਦਾ ਵੀ ਮਿਲਦਾ ਸੀਗਾ ਕਿ ਵੀ ਜਦੋਂ ਬਾਹਰਲੀਆਂ ਸਥਿਤੀਆਂ ਦੇ ਵਿੱਚ ਕੋਈ ਸੰਘਰਸ਼ ਨਹੀਂ ਹੋ ਰਿਹਾ, ਲੋਕ ਰੌਂ ਰੁੱਖ ਤੁਰੇ ਜਾ ਰਹੇ ਹੈਗੇ ਆ, ਤਾਂ ਅਸੀਂ ਕ੍ਰਾਂਤੀਕਾਰੀ ਨਾਇਕ ਕਿੱਥੋਂ ਸਿਰਜੀਏ, ਅਸੀਂ ਉਹ ਕ੍ਰਾਂਤੀਕਾਰੀ ਬੰਦਾ ਕਿੱਥੋਂ ਲੈ ਕੇ ਆਈਏ। ਇਹ ਆਮ ਜੀ ਗੱਲ ਜਿਹੜੀ ਸੀ। ਤੇ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹੈਗੇ ਆ ਕਿਸਾਨੀ ਸੰਘਰਸ਼ ਦੇ ਰੂਪ ਦੇ ਵਿੱਚ, ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਉਬਾਲ ਉੱਠਦਾ 10-15 ਵਰ੍ਹਿਆਂ ਬਾਅਦ, ਉਹ ਕਿਸੇ ਰੂਪ ਦੇ ਵਿੱਚ ਵੀ ਉੱਠਦਾ, ਤੇ ਉਹ ਇਸ ਕਿਸਮ ਦਾ ਇੱਕ ਇਸ ਵਾਰੀ ਜਿਹੜਾ ਸਾਰਿਆਂ ਦੇ ਮਨ ਚਿੱਤ ਲੱਗਦਾ ਸੰਘਰਸ਼ ਹੈਗਾ ਉਹ ਕਿਸਾਨੀ ਸੰਘਰਸ਼ ਦੇ ਰੂਪ ਦੇ ਵਿੱਚ ਸਾਨੂੰ ਮਿਲ ਵੀ ਰਿਹਾ ਹੈ। ਪਰ ਮੈਨੂੰ ਹੈਰਾਨੀ ਹੋਈ ਇਹ ਜਾਣ ਕੇ ਕਿ ਪਿਛਲੇ ਇਹ ਸੰਘਰਸ਼ ਨੂੰ ਸਾਲ ਜਾਂ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਮੈਂ ਕੋਈ ਇਸ ਤਰ੍ਹਾਂ ਦੀ ਰਚਨਾ ਗੀਤਾਂ ਤੋਂ ਬਿਨਾਂ, ਕੋਈ ਕਹਾਣੀ, ਨਾਵਲ ਤਾਂ ਚਲੋ ਬਹੁਤ ਉਸ ਤੋਂ ਜਦੋਂ ਸਥਿਤੀ ਪੂਰੀ ਤਰ੍ਹਾਂ ਪੱਕ ਜਾਂਦੀ ਹੈ, ਆਤਮਸਾਤ ਕਰ ਲੈਂਦਾ ਲੇਖਕ, ਉਸ ਤੋਂ ਬਾਅਦ ਆਉਂਦਾ, ਪਰ ਕਹਾਣੀ ਵੀ ਕੋਈ ਐਵੇਂ ਵਿੱਚ ਛੁੱਟ-ਪੁੱਟ ਵੇਰਵੇ ਜ਼ਰੂਰ ਆਏ ਕਹਾਣੀਆਂ 'ਚ, ਪਰ ਕਿਸੇ ਕਹਾਣੀ ਦੇ ਵਿੱਚ ਉਸ ਤਰ੍ਹਾਂ ਦਾ ਜ਼ਿਕਰ ਨਹੀਂ ਉਸ ਸੰਘਰਸ਼ ਦਾ ਜਾਂ ਉਹਦੇ ਚੋਂ ਲੈ ਕੇ ਚੁਣੇ ਗਏ ਪਾਤਰ ਜਿਹੜੇ ਹੈ। ਤਾਂ ਕਿਉਂਕਿ ਜਸਬੀਰ ਮੰਡ ਹੋਰੀ ਨਾਵਲ ਦੇ ਵਿੱਚ ਖਾਸ ਤੌਰ ਤੇ ਇਹਨਾਂ ਦੀ ਮੁਹਾਰਤ ਹੈ, ਇਸ ਗੁੰਝਲ ਵਾਲੇ ਸਵਾਲ ਨੂੰ ਮੈਂ ਇਹਨਾਂ ਕੋਲੋਂ ਜਾਣਨ ਦਾ ਯਤਨ ਕਰਦਾ ਕਿ ਇਹ ਕੀ ਵਜ੍ਹਾ ਹੁੰਦੀ ਹੈ ਕਿ ਵੀ ਕੀ ਸਾਡੇ ਲੇਖਕ ਦੀ ਉਹ ਗੱਲ ਅਜੇ ਸੰਵੇਦਨਾ ਦਾ ਹਿੱਸਾ ਨਹੀਂ ਬਣ ਰਹੀ, ਕਿ ਉਹਦੀ ਪਕੜ 'ਚ ਨਹੀਂ ਆ ਰਹੀ, ਕਿ ਇੱਕ ਜਿਹੜਾ ਕਾਰਨ ਆਪਣੇ ਆਪ 'ਚ ਲੱਗਦਾ ਹੈ ਕਿ ਜਿਹੜਾ ਪੰਜਾਬੀ ਦਾ ਗਲਪ ਹੈ ਪਿਛਲੇ ਸਮੇਂ ਤੋਂ, ਉਹ ਜ਼ਿਆਦਾਤਰ ਮੱਧ ਵਰਗੀ ਦ੍ਰਿਸ਼ਟੀ ਤੋਂ ਲਿਖਿਆ ਜਾ ਰਿਹਾ। ਕੀ ਮੱਧ ਵਰਗ ਦੀ ਹਮਦਰਦੀ ਕਿਸਾਨੀ ਸੰਘਰਸ਼ ਨਾਲ ਐਵੇਂ ਉਤਲੀ ਤਾਂ ਨਹੀਂ ਕਿਤੇ ਕਿ ਅੰਦਰੋਂ ਉਹਨੂੰ ਉਹ ਗੱਲ ਟੱਚ ਨਾ ਕਰ ਰਹੀ ਹੋਵੇ, ਉਹਦੀਆਂ ਰਚਨਾਵਾਂ ਦੇ ਵਿੱਚ ਇਸ ਕਰਕੇ ਨਾ ਆ ਰਹੀ ਹੋਵੇ? ਕੀ ਵਜ੍ਹਾ ਹੋ ਸਕਦੀ ਹੈਗੀ ਹੈ, ਜਾਂ ਕੀ ਜਸਬੀਰ ਮੰਡ ਹੋਰਾਂ ਦੇ ਅੰਦਰ ਕਦੇ ਕੋਈ ਇਹੋ ਜਿਹੀ ਗੱਲ ਕੋਈ ਚੱਲ ਰਹੀ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਆਖਰੀ ਬਾਬੇ ਇਹਨਾਂ ਨੇ ਨਾਵਲ ਪੰਜਾਬ ਦੇ ਜਿਹੜਾ ਹੈ ਸੰਕਟ ਬਾਰੇ, ਕਿਸਾਨੀ ਸੰਕਟ ਬਾਰੇ ਕੁਛ ਉਹਦੇ 'ਚ ਲਿਖਿਆ, ਵੀ ਕੀ ਇਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ, ਜਾਂ ਕੀ ਕਾਰਨ ਹੁੰਦੇ ਆ ਕਿ ਵੀ ਇਹ ਜਿਹੜੀ ਘਟਨਾ ਜਿਹੜੀ ਐਡੀ ਵੱਡੀ
ਇੱਕ ਇਤਿਹਾਸਕ ਗੱਲ ਸਾਰੀ ਦੁਨੀਆ ਦੇ ਪ੍ਰਸੰਗ 'ਚ ਵੇਖਿਆ ਵੀ ਇਹਦਾ ਇਤਿਹਾਸਕ ਸੰਘਰਸ਼ ਲੜਿਆ ਜਾ ਰਿਹਾ ਹੈਗਾ ਜਾਂ ਲੜਿਆ ਗਿਆ ਔਰ ਜਿੱਤਿਆ ਵੀ ਗਿਆ। ਤੇ ਇਹ ਸਾਡੇ ਗਲਪ ਦੇ ਵਿੱਚ ਕਿਉਂ ਨਹੀਂ ਇਹਦਾ ਰੂਪਾਂਤਰਨ ਹੋ ਰਿਹਾ, ਕਿਉਂ ਨਹੀਂ ਇਹਦਾ ਹਿੱਸਾ ਕਿਉਂ ਨਹੀਂ ਬਣ ਰਿਹਾ, ਕੀ ਅਜੇ ਇਹਦੀ ਕਿਉਂ ਉਡੀਕ ਹੋ ਰਹੀ ਹੈ? ਅਸਲ 'ਚ ਜੇ ਆਪਾਂ ਪੰਜਾਬੀ ਨਾਵਲ ਦਾ ਇਤਿਹਾਸ ਦੇਖੀਏ ਤਾਂ ਸਾਡੇ ਕੋਲ ਉਸ ਤਰ੍ਹਾਂ ਦੀ ਪੰਜਾਬੀ ਨਾਵਲ ਦੇ ਵਿੱਚ ਉਸ ਤਰ੍ਹਾਂ ਦੀ ਵਿਰਾਸਤ ਨਹੀਂ ਹੈ ਕਿ ਜੇ ਮੈਂ ਸਮਝਦਾ ਕਿ ਜੇ ਜਸਵੰਤ ਸਿੰਘ ਕਮਲ ਹੋਣੀ ਆਪਣੇ ਸਮੇਂ ਦੇ ਪਾਤਰਾਂ ਨੂੰ ਪੂਰੀ ਤਰ੍ਹਾਂ ਕਿਸਾਨੀ ਨਾਲ ਬੁਲਚ ਸਾਨੂੰ ਦੇ ਜਾਂਦੇ ਤਾਂ ਹੋ ਸਕਦਾ ਕਿ ਆਪਣੀ ਬਾਬੇ ਇਸ ਤਰ੍ਹਾਂ ਦਾ ਨਾ ਹੁੰਦਾ। ਬਹੁਤ ਸਾਰੇ ਵੇਰਵੇ, ਬਹੁਤ ਸਾਰੀਆਂ ਜਾਣਕਾਰੀਆਂ ਜਿਨ੍ਹਾਂ ਦੇ ਗਵਾਹ ਕਮਲ ਹੋਣੀ ਦੀ ਪੀੜ੍ਹੀ ਸੀ, ਉਹ ਬਿਨਾਂ ਚਿੱਤਰੋਂ ਸਾਡੇ ਕੋਲ ਖੁੱਸ ਗਏ। ਤੇ ਇਹ ਕੁਝ ਜਾਣਨ ਦਾ ਸਭ ਤੋਂ ਵੱਡਾ ਜਿਹੜਾ ਘਾਟਾ ਇਹ ਪਿਆ ਕਿ ਸਾਡਾ ਖਜ਼ਾਨਾ ਇੰਨਾ ਭਰਿਆ ਹੋਇਆ ਨਹੀਂ, ਸਾਡੇ ਕੋਲ ਉਸ ਤਰ੍ਹਾਂ ਦੇ ਪਾਤਰ ਨਹੀਂ ਹੈ ਪੰਜਾਬੀ ਨਾਵਲ ਵਿੱਚ। ਇੱਕ ਲੰਬੀ ਵਿਰਾਸਤ ਜਿਹੜੀ ਕਿ ਕਹਾਣੀ ਕੋਲ ਹੈ ਪੰਜਾਬੀ ਨਾਵਲ ਵਿੱਚ, ਉਸ ਤਰ੍ਹਾਂ ਦੀ ਵਿਰਾਸਤ, ਉਸ ਤਰ੍ਹਾਂ ਦੇ ਪਾਤਰ ਦੀ ਭਰਮਾਰ ਬਹੁਤ ਘੱਟ ਹੈ। ਜਿਸ ਤੱਕ ਇਸ ਡਾਕਟਰ ਸਾਹਿਬ ਪੁੱਛ ਰਹੇ ਸੀ ਕਿਸਾਨ ਅੰਦੋਲਨ ਬਾਰੇ, ਅਸੀਂ ਤਾਂ 47 ਬਾਰੇ ਵੀ ਕੋਈ ਵੱਡਾ ਨਾਵਲ ਨਹੀਂ ਲਿਖਿਆ। ਐਡਾ ਵੱਡਾ ਤੂਫਾਨ, ਐਡਾ ਵੱਡਾ ਸਦਮਾ ਜਿਹੜਾ 3 ਪੀੜ੍ਹੀਆਂ ਨੇ ਭੋਗਿਆ ਤੇ ਜਿਹੜਾ ਲਗਭਗ ਅੱਧੀ ਸਦੀ ਤੱਕ ਚੱਲਿਆ ਇਹ ਸਦਮਾ। ਇਹ ਖੁਸ਼ੀ ਤਾਂ ਹੋ ਸਕਦਾ 5 ਸਾਲ ਵਿੱਚ ਘਟ ਜੇ ਜਾਂ ਵੱਧ ਜਾਏ ਕਿਸਾਨ ਮੋਰਚੇ ਦੀ ਜਿੱਤ, ਪਰ 84 ਦਾ ਸਦਮਾ ਅੱਧੀ ਸਦੀ ਦਾ ਸਦਮਾ ਸੀ। ਤੇ ਪੰਜਾਬੀ ਨਾਵਲ ਨੂੰ ਕੋਈ ਵੀ ਏਦਾਂ ਦੀ ਪੇਸ਼ਕਾਰੀ ਨਹੀਂ ਕਰੀ ਕਿ ਅਸੀਂ ਤੁਹਾਨੂੰ ਕੋਈ ਨਾਵਲ ਪੰਜਾਬੀ ਦਾ ਤੁਹਾਡੇ ਅੱਗੇ ਰੱਖ ਸਕੀਏ ਕਿ ਇਹ ਦੇਖੋ ਇਹ 47 ਦਾ ਪੂਰੀ ਤਰ੍ਹਾਂ ਦਸਤਾਵੇਜ਼ ਹੈ, ਤੁਸੀਂ ਇਹਨੂੰ ਪੜ੍ਹੋ ਤੇ ਹੋ ਸਕਦਾ ਪੜ੍ਹਨ ਤੋਂ ਬਾਅਦ ਤੁਹਾਨੂੰ ਵਾਰ-ਵਾਰ ਜਾਪੇ ਕਿ ਇਹ ਦੁਬਾਰਾ ਨਹੀਂ ਵਾਪਰਨਾ ਚਾਹੀਦਾ। ਮੇਰੇ ਤੇ ਬਹੁਤ ਡੂੰਘਾ ਅਸਰ ਹੈ 47 ਦਾ। ਹਾਂਜੀ, ਕਿਸਾਨੀ ਮੋਰਚੇ ਵਾਲੇ ਇੱਕ ਨਾਵਲਕਾਰ ਨੂੰ ਖਾਸ ਕਰਕੇ ਏਦਾਂ ਦੀ ਜਿਹੜੀ ਮੂਵਮੈਂਟ ਹੁਣੇ ਹੋ ਕੇ ਹਟੀ ਹੈ, ਮੇਰਾ ਨਹੀਂ ਖਿਆਲ ਕਿ ਕਿਸੇ ਨਾਵਲਕਾਰ ਨੂੰ ਕਾਹਲੀ ਕਰਨ ਦੀ ਜ਼ਰੂਰਤ ਹੈ। ਇਹ ਕੰਮ ਕਹਾਣੀ ਵਿੱਚ ਛੇਤੀ ਹੋ ਸਕਦਾ ਤੇ ਮੇਰਾ ਖਿਆਲ ਹੈ ਪੰਜਾਬੀ ਕਹਾਣੀਕਾਰ ਬਾਖੂਬੀ ਨਾਲ ਕਰਨਗੇ ਵੀ। ਨਾਵਲ ਦੇ ਵਾਸਤੇ ਘੱਟੋ ਘੱਟ ਮੈਂ ਜਾਤੀ ਤੌਰ ਤੇ ਨਹੀਂ ਕਹਿੰਦਾ ਕਿ ਮੇਰੇ ਕੋਲ ਘੱਟ ਤੋਂ ਘੱਟ 5 ਸਾਲ ਚਾਹੀਦੇ। ਉਸ 5 ਸਾਲ ਦੇ ਵਿੱਚ ਜਿਹੜੇ ਜਜ਼ਬਾਤ ਹੁਣ ਹੈਗੇ ਆ ਮੇਰੇ ਕੋਲ ਮੋਰਚੇ ਬਾਰੇ, ਹੋ ਸਕੇ ਬਹੁਤ ਕੁਛ ਨਿੱਤਰੇ, ਬਹੁਤ ਕੁਛ ਸਮਝੇ। ਤੇ ਸਭ ਤੋਂ ਵੱਡੀ ਕਿਸਾਨੀ ਮੋਰਚੇ ਦੇ ਵਾਸਤੇ ਮੇਰਾ ਜਿਹੜਾ ਸਭ ਤੋਂ ਵੱਡਾ ਫਿਕਰ ਹੈ, ਉਹ ਫਿਕਰ ਇਹ ਹੈ ਕਿ ਹੁਣ ਜਦੋਂ ਅਸੀਂ ਵਾਪਸ ਪਿੰਡ ਨੂੰ ਆਉਣਾ ਹੈ ਤਾਂ ਕਿ ਅਸੀਂ ਉਸ ਧਰਾਤਲ ਦੇ ਸਥਿਰ ਦੁਬਾਰਾ ਟਿਕ ਸਕਾਂਗੇ, ਕਿਉਂਕਿ ਪਿੰਡ ਤਾਂ ਅਸੀਂ ਹਿਲਾ ਚੁੱਕੇ ਹਾਂ। ਪਿੰਡ ਲਗਭਗ ਮੰਡੀ ਹੈ ਤੇ ਅਸੀਂ ਮੰਡੀ ਦੇ ਵਿਰੁੱਧ ਸੰਘਰਸ਼ ਕਰਕੇ ਆਪਣੇ ਆਪ ਵਿੱਚ ਜਿੱਤ ਕੇ ਆਏ ਹਾਂ। ਪਰ ਮੰਡੀ ਦਾ ਹੋਣਾ, ਮੰਡੀ ਦਾ ਧਰਾਤਲ, ਮੰਡੀ ਦੀਆਂ ਜਿਹੜੀਆਂ ਜਿੰਨੀਆਂ ਵੀ ਊਰਜਾਵਾਂ ਹੈਗੀਆਂ ਉਹ ਜਿਉਂਦੀਆਂ ਤਿਉਂ ਕਾਇਮ ਹੈਗੀਆਂ। ਇਸ ਕਰਕੇ ਮੇਰੇ ਵਾਸਤੇ ਅਜੇ ਬਹੁਤ ਹੀ ਇਹ ਫਿਕਰਮੰਦ ਸਮਾਂ ਹੈ ਕਿ ਵਾਪਸੀ ਤੇ ਜਦੋਂ ਉਹ ਸਾਰੇ ਵਿਦਰੋਹੀ ਚਿਹਰੇ ਵਾਪਸੀ ਤੇ ਆਉਣਗੇ, ਕੀ ਪਿੰਡ ਉਹਨਾਂ ਨੂੰ ਸੰਭਾਲੇਗਾ? ਮੇਰਾ ਖਿਆਲ ਹੈ ਕਿ ਬਿਲਕੁਲ ਨਹੀਂ ਸੰਭਾਲੇਗਾ। ਪਿੰਡ ਨੂੰ ਅਸੀਂ ਬਿਲਕੁਲ ਉਖਾੜ ਚੁੱਕੇ ਹਾਂ। ਹਾਂ, ਇਸ ਤਰ੍ਹਾਂ ਦਾ ਕੋਈ ਵੱਡੀ ਲਹਿਰ ਉੱਠੇ ਕਿ ਅਸੀਂ ਦੁਬਾਰਾ ਪਿੰਡ ਨੂੰ ਥੋੜਾ ਸਥਿਰ ਕਰ ਸਕੀਏ। ਪਿੰਡ ਦਾ ਪੂਰਾ ਜਿਹੜਾ ਢਾਂਚਾ ਹੈ, ਉਹ ਖਾਸ ਕਰਕੇ ਉਹ ਢਾਂਚਾ
ਜਿਸ ਨੂੰ ਮੈਂ ਆਖਰੀ ਬਾਬੇ ਜੀ ਦਾ ਜ਼ਿਕਰ ਕੀਤਾ। ਅਸੀਂ ਸਭ ਤੋਂ ਵੱਡੀ ਜਿਹੜੀ ਪੰਜਾਬੀ ਨਾਵਲ ਵਿੱਚ ਜਿਹੜੀ ਸਭ ਤੋਂ ਘੱਟ ਜਿਹੜਾ ਚਿੱਤਰਿਆ ਗਿਆ ਉਹ ਹੈਗਾ ਕਿਸਾਨੀ ਦਾ ਅਚੇਤ ਰੂਪ ਵਿੱਚ ਜਿਹੜਾ ਕੁਦਰਤ ਨਾਲ ਸੰਬੰਧ ਹੈ। ਕਿਸਾਨੀ ਦਾ ਬਹੁਤ ਹੀ ਗਹਿਰਾ ਸੰਬੰਧ ਰਿਹਾ ਕੁਦਰਤ ਨਾਲ, ਤੇ ਕੁਦਰਤ ਦੇ ਨਾਲ ਸੰਬੰਧ ਹੋਣ ਦੇ ਕਰਕੇ ਬਹੁਤ ਸਾਰੀਆਂ ਜਿਹੜੇ ਕਿਸਾਨੀ ਦੇ ਖਾਸ ਕਰਕੇ ਜਿਹੜਾ ਵਿਦਰੋਹੀ ਸੁਰ ਵੀ ਹੈ, ਉਹਦੀ ਹਲੀਮੀ ਵੀ ਹੈ, ਉਹਦੀ ਹੋਰ ਸਾਰੀਆਂ ਵੀ ਜਿੰਨੀਆਂ ਵੀ ਊਰਜਾਵਾਂ, ਬਹੁਤ ਸਾਰੀਆਂ ਊਰਜਾਵਾਂ ਕਿਸਾਨੀ ਦੀਆਂ ਉਹਦੇ ਕੁਦਰਤ ਨਾਲ ਸਿੱਧੇ ਸੰਬੰਧ ਤੋਂ ਆਈਆਂ। ਚਾਹੇ ਇਹਦਾ ਬਹੁਤ ਵੱਡਾ ਹਿੱਸਾ ਅਚੇਤ ਰੂਪ ਵਿੱਚ ਵਾਪਰਦਾ ਰਿਹਾ, ਕਿਉਂਕਿ ਕਿਸਾਨੀ ਦਾ ਸੰਬੰਧ ਬਹੁਤ ਹੀ ਗਹਿਰਾ ਰਿਹਾ ਹੈ ਕੁਦਰਤ ਨਾਲ। ਉਹ ਉਹਦੇ ਇੱਕ ਕਿਸਮ ਦਾ ਨਿਰਭਰ ਕਰਦੀ ਸੀ, ਇਸ ਕਰਕੇ ਬਹੁਤ ਸਾਰੇ ਸੁਭਾਅ ਕਿਸਾਨੀ ਦੇ ਕੁਦਰਤ ਦੇ ਨਾਲ ਓਤ-ਪੋਤ ਹੋ ਕੇ ਆਏ। ਪਰ ਗ੍ਰੀਨ ਜਿਹੜਾ ਰੈਵੋਲੂਸ਼ਨ ਤੋਂ ਬਾਅਦ ਕਿਸਾਨੀ ਦਾ ਢਾਂਚਾ ਹਿੱਲਿਆ, ਉਸ ਢਾਂਚੇ ਹਿੱਲਣ ਨਾਲ ਪਿੰਡ ਦਾ ਸਰੂਪ ਹਿੱਲਿਆ, ਤੇ ਉਸ ਪਿੰਡ ਦੇ ਸਰੂਪ ਵਿੱਚੋਂ ਕੁਝ ਵਿਦਰੋਹੀ ਸੁਰ ਕਿਸਾਨੀ ਮੋਰਚੇ ਦਾ ਰੂਪ ਬਣੇ। ਪਰ ਜਿੱਥੇ ਅਸੀਂ ਵਾਪਸ ਜਾਣਾ ਹੈ ਉਹਨੂੰ ਅਸੀਂ ਪੂਰੀ ਤਰ੍ਹਾਂ ਤਬਾਹ ਕਰ ਚੁੱਕੇ ਹਾਂ। ਉਹ ਪੂਰੀ ਤਰ੍ਹਾਂ ਮੰਡੀ ਹੈ ਹੁਣ, ਤੇ ਉਸ ਮੰਡੀ ਵਿੱਚ ਦੁਬਾਰਾ ਉਹਨਾਂ ਵਿਦਰੋਹੀ ਰੂਹਾਂ ਦਾ ਟਿਕਣਾ ਬਹੁਤ ਔਖਾ ਹੈ। ਤੇ ਅਗਲੇ ਸਮੇਂ 'ਚ ਮੇਰੀ ਨਜ਼ਰ ਇਸ ਗੱਲ ਤੇ ਹੈ ਕਿ ਮੈਂ ਵੇਖਾਂ ਕਿ ਜਿਵੇਂ ਅਸੀਂ ਆਪਣੇ ਆਪ ਨੂੰ ਸੰਭਾਲਿਆ, ਕਿ ਅਸੀਂ ਦੁਬਾਰਾ ਆਪਣੇ ਪਿੰਡ ਨੂੰ ਸੰਭਾਲ ਸਕਾਂਗੇ। ਪਿੱਛੇ ਜੇ ਇੱਕ ਕਹਾਣੀ ਛਪੀ, ਵੱਡੀ ਕਹਾਣੀ ਵਰਿਆਮ ਸਿੰਘ ਸੰਧੂ ਦੀ, ਮੈਂ ਰੋ ਨਾ ਲਵਾਂ ਇੱਕ ਵਾਰ। ਵਰਿਆਮ ਸੰਧੂ ਕਿਉਂਕਿ ਲਹਿਰਾਂ ਦਾ, ਜੇ ਸਾਡੇ ਲਹਿਰਾਂ ਦਾ ਬਹੁਤ ਵਧੀਆ ਜਿਹੜਾ ਸਾਹਿਤ ਪੈਦਾ ਲਹਿਰਾਂ ਕਰਦੀਆਂ, ਉਹਨਾਂ ਦੇ ਵਿੱਚ ਵਰਿਆਮ ਸੰਧੂ ਦਾ ਨਾਮ ਵੀ ਬੜਾ ਵੱਡਾ ਹੈ। ਪੰਜਾਬ ਸੰਕਟ ਵੇਲੇ ਉਹਨਾਂ ਦੀਆਂ ਕਹਾਣੀਆਂ ਜਿਸ ਤਰ੍ਹਾਂ ਚਰਚਿਤ ਹੋਈਆਂ, ਪੜ੍ਹੀਆਂ ਗਈਆਂ, ਤੁਸੀਂ ਸਾਰੇ ਉਹਨਾਂ ਤੋਂ ਜਾਣੂ ਹੈ। ਜਦੋਂ ਇਹ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਵੈਸੇ ਵਰਿਆਮ ਸੰਧੂ ਹੋਰਾਂ ਤੋਂ ਸਾਨੂੰ ਵੈਸੇ ਵੀ ਉਮੀਦ ਹੈ ਕਿ ਵੀ ਉਹ ਇਸ ਕਿਸਮ ਦੀ ਰਚਨਾ ਕਰਨਗੇ। ਉਹਦੇ ਵਿੱਚ ਇੱਕ ਸਾਰੀ ਕਹਾਣੀ ਨਹੀਂ, ਪਰ ਉਹਦੇ ਵਿੱਚ ਇੱਕ ਸਬ ਪਲਾਟ ਹੈ ਜਿਹਦਾ ਸੰਬੰਧ ਕਿਸਾਨੀ ਦੀਆਂ ਖੁਦਕਸ਼ੀਆਂ ਨਾਲ, ਤੇ ਉਹਦੇ ਆਲੇ ਦੁਆਲੇ ਕੀ ਵਾਪਰਦਾ ਹੈ, ਕਿਸਾਨ ਕਿਉਂ ਖੁਦਕਸ਼ੀ ਕਰਦਾ, ਤੇ ਫਿਰ ਕੀ ਖੁਦਕਸ਼ੀ ਦੇ ਵਰਤਾਰੇ ਨੂੰ ਛੱਡ ਕੇ ਕੀ ਸੰਘਰਸ਼ ਵੱਲ ਤੁਰਿਆ ਜਾ ਸਕਦਾ ਹੈ ਕਿ ਨਹੀਂ। ਜਦੋਂ ਕਿ ਸੰਘਰਸ਼ ਲੜਿਆ ਵੀ ਜਾ ਰਿਹਾ ਸੀ ਉਸ ਵੇਲੇ ਜਿਹੜੀ ਕਹਾਣੀ ਰਚੀ ਵਰਿਆਮ ਸੰਧੂ ਦੀ, ਤਾਂ ਉਹਦੇ ਵਿੱਚ ਵੀ ਉਹ ਬੰਦਾ ਸੰਘਰਸ਼ ਵੱਲ ਨਹੀਂ ਬਲਕਿ ਉਹ ਖੁਦਕਸ਼ੀ ਵੱਲ ਨੂੰ ਜਾਂਦਾ। ਤੇ ਪਿੱਛੇ ਜੇ ਕੁਛ ਨਾਟਕਕਾਰਾਂ ਨੇ ਨਾਟਕ ਜ਼ਰੂਰ ਇਸ ਤਰ੍ਹਾਂ ਦੇ ਕੀਤੇ। ਜਦੋਂ ਕਦੇ ਮੇਰੀ ਕਹਾਣੀ ਕਾਰਗਿਲ ਤੇ ਨਾਟਕ ਬਣੇ ਸੀ ਤਾਂ ਮੁੱਢਲੇ ਤੌਰ ਤੇ ਉਹਦੇ 'ਚ ਕਿਸਾਨੀ ਖੁਦਕਸ਼ੀਆਂ ਦਾ ਮਾਮਲਾ ਸੀ, ਪਰ ਜਦੋਂ ਮੁੜ ਕੇ ਨਾਟਕਕਾਰਾਂ ਨੇ ਉਹਦਾ ਰੂਪਾਂਤਰਨ ਕੀਤਾ ਤੇ ਉਹਦਾ ਨਾਂ ਵੀ ਬਦਲਿਆ ਉਹਨਾਂ ਨੇ, ਤੇ ਉਹਦਾ ਨਾਂ ਇੱਕ ਨਾਟਕਕਾਰ ਨੇ ਰੱਖਿਆ ਮਿਰਜ਼ਾ। ਤੇ ਉਹ ਕਹਿੰਦਾ ਕਿ ਵੀ ਹੁਣ ਅਸੀਂ ਖੁਦਕਸ਼ੀਆਂ ਨਹੀਂ ਕਰਾਂਗੇ ਬਲਕਿ ਹੁਣ ਅਸੀਂ ਸੰਘਰਸ਼ ਵਾਲੇ ਪਾਸੇ ਨੂੰ ਤੁਰਾਂਗੇ। ਤਾਂ ਨਾਟਕ ਦੇ ਵਿੱਚ ਗੀਤਾਂ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਚੀਜ਼ ਮਿਲਦੀ ਹੈਗੀ ਹੈ ਕਿ ਕਿਉਂਕਿ ਗੀਤ ਤੇ ਨਾਟਕ ਆਮ ਤੌਰ ਤੇ ਸਮੇਂ ਦੇ ਸੱਚ ਨੂੰ ਥੋੜਾ ਛੇਤੀ ਇਸ ਤਰ੍ਹਾਂ ਫੜਨ ਦਾ ਯਤਨ ਕਰਦੇ ਆ। ਬਲਕਾਰ ਸਿੰਘ ਪੂਰੇ ਹੁਣ ਥੋੜੀ ਗੱਲ ਜਿਹੜੀ ਹੈਗੀ ਆਪ ਵੀ ਕਰਨਗੇ, ਔਰ ਉਹ ਉਹਨਾਂ ਦੇ ਅੰਦਰ ਜਿਹੜੇ ਸਵਾਲ ਨੇ ਉਹਦੇ ਬਾਰੇ। ਤਾਂ ਇਹ ਸੀਗਾ ਕਿ ਸਟੇਜ ਸੰਚਾਲਕ ਦਾ ਜਿੰਮਾ ਸੀਗਾ ਮੇਰਾ, ਪਰ ਸਰ ਨੇ ਬਹੁਤ ਮੇਰਾ ਕੰਮ ਆਸਾਨ ਕਰਤਾ, ਕਿਉਂਕਿ ਜਿਹੜੇ ਸਵਾਲ ਮੈਂ ਪੁੱਛਣੇ ਲਗਭਗ ਸਰ ਨੇ ਵੀ ਉਸੇ ਤਰੀਕੇ ਨਾਲ ਹੀ ਸ਼ੁਰੂਆਤ ਕੀਤੀ, ਮੈਂ ਵੀ ਉਹਨਾਂ ਸਵਾਲਾਂ ਤੋਂ ਹੀ ਸ਼ੁਰੂਆਤ ਕਰਨੀ ਸੀ। ਤਾਂ ਮੇਰਾ ਸਵਾਲ ਹੁਣ ਮੈਂ ਆਪਣੇ ਸਿੱਧੇ ਸਵਾਲ ਤੇ ਹੀ ਆਊਂਗਾ। ਹੁਣ ਦੇ ਸਮੇਂ ਦੇ ਵਿੱਚ ਜਦੋਂ ਸਮਕਾਲੀ ਸਮੇਂ ਦੇ ਵਿੱਚ ਅਸੀਂ ਪਹੁੰਚਦੇ ਹਾਂ, ਜਿਹਨੂੰ ਉੱਤਰ ਆਧੁਨਿਕਤਾ ਦਾ ਵੀ ਸਮਾਂ ਕਹਿ ਦਿੱਤਾ ਜਾਂਦਾ, ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਵੱਖਰੀਆਂ ਪਛਾਣਾਂ ਦੀ ਗੱਲ ਹੋਣ ਲੱਗ ਜਾਂਦੀ ਹੈ, ਚਾਹੇ ਦਲਿਤ ਕਹਾਣੀ ਹੋਵੇ, ਚਾਹੇ ਨਾਰੀ ਸਰੋਕਾਰ ਉਹਦੇ ਵਿੱਚ ਆਉਣ, ਜਾਂ LGBT ਦੀ ਬਹੁਤ ਵੱਡੇ ਪੱਧਰ ਤੇ ਗੱਲ ਹੁੰਦੀ ਆ,
ਤਾਂ ਕੀ ਅਸੀਂ ਉਸੇ ਪ੍ਰਭਾਵ ਅਧੀਨ ਇਹ ਜਿਹੜੀ ਕਹਾਣੀ ਜਿਹੜਾ ਉੱਤਰ ਆਧੁਨਿਕਤਾ ਦਾ ਸਾਡੇ ਤੇ ਸੰਕਲਪ ਆਇਆ ਉਸੇ ਪ੍ਰਭਾਵ ਅਧੀਨ ਲਿਖਦੇ ਹਾਂ, ਜਾਂ ਸਾਨੂੰ ਵੀ ਇਹ ਮਹਿਸੂਸ ਹੋਇਆ ਕਿ ਇਹਨਾਂ ਦੀ ਗੱਲ ਹੋਣੀ ਚਾਹੀਦੀ ਹੈ, ਇਹਨਾਂ ਦੀ ਗੱਲ ਉਸ ਵੱਡੇ ਪੱਧਰ ਤੇ ਹੋਈ ਨਹੀਂ, ਜਾਂ ਅਜਿਹੇ ਕਿਹੜੇ ਮਾਮਲੇ ਹੁਣ ਉੱਭਰ ਕੇ ਸਾਹਮਣੇ ਆਏ ਜਾਂ ਮੁੱਦੇ ਉੱਭਰ ਕੇ ਸਾਹਮਣੇ ਆਏ ਕਿ ਸਾਨੂੰ ਉਹਨਾਂ ਪਛਾਣਾਂ ਤੇ ਹੁਣ ਇਹ ਕਹਾਣੀ ਜਿਹੜੀ ਉਹ ਸਿਰਜਣਾ ਕਰਨੀ ਪਈ ਹੈ ਕਹਾਣੀ ਦੀ? ਮੇਰਾ ਸਵਾਲ ਗੁਰਮੀਤ ਖੜਿਆਲ ਜੀ। ਹੋ ਸਕਦਾ ਕੋਈ ਜਿਹੜਾ ਲੇਖਕ ਹੈਗਾ ਹੈ, ਉਹ ਫੈਸ਼ਨ ਦੇ ਵਜੋਂ ਦਲਿਤ ਕਹਾਣੀ ਵੀ ਲਿਖ ਦੇਵੇ, ਕੋਈ ਨਾਰੀਵਾਦੀ ਲੇਖ ਹੋਣ ਦੇ ਨਾਤੇ ਵੀ ਅੱਗੇ ਆ ਜਿਹੜੀ ਮੈਂ ਨਾਰੀਵਾਦੀ ਕਹਾਣੀ ਲਿਖ ਰਿਹਾ। ਪਰ ਇਹ ਗੱਲ ਨਹੀਂ ਹੈਗੀ, ਮੈਂ ਇੱਕ ਲੇਖ ਹੋਣ ਦੇ ਨਾਤੇ ਮਹਿਸੂਸ ਕਰਦਾ ਹੈ ਕਿ ਕਿਸੇ ਨਾ ਕਿਸੇ ਵਰਗ ਨੇ ਸਮੇਂ ਦੇ ਨਾਲ ਮੇਨ ਸਟਰੀਮ 'ਚ ਆਉਣਾ ਹੀ ਹੁੰਦਾ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਪੰਜਾਬ ਦਾ ਦਲਿਤ ਹੈਗਾ ਉਹ ਸਾਹਿਤ ਦੇ ਮੇਨ ਸਟਰੀਮ ਤੇ ਆਇਆ ਹੋਇਆ ਹੈ। ਕੋਈ ਵਕਤ ਸੀਗਾ ਜਿਵੇਂ ਹਿੰਦੀ ਫਿਲਮਾਂ ਦੇ ਵਿੱਚ ਸਰਦਾਰ ਨੂੰ ਹਸਾਉਣੇ ਦੇ ਪਾਤਰ ਵਜੋਂ ਪੇਸ਼ ਕੀਤਾ ਜਾਂਦਾ ਸੀਗਾ, ਜਾਂ ਪੰਜਾਬੀ ਨਾਵਲਾਂ ਦੇ ਵਿੱਚ ਕੋਈ ਦਲਿਤ ਪਾਤਰ ਪੇਸ਼ ਕਰਨਾ ਹੈ ਤਾਂ ਜੋ ਕੋਈ ਜਾਂ ਪਿੰਡ ਦਾ ਕੋਈ ਸੀਰੀ ਪੇਸ਼ ਕਰਤਾ, ਉਹ ਮਤਲਬ ਹਸਾਉਣੇ ਦੀਆਂ ਹਰਕਤਾਂ ਕਰਦਾ ਤੇ ਹੱਸੀ ਜਾਂਦੇ ਆ ਲੋਕ। ਪਰ ਪਿਛਲੇ ਸਮੇਂ ਤੋਂ ਇਹ ਗੱਲ ਨਹੀਂ ਹੋਈ, ਦਲਿਤ ਮੇਨ ਸਟਰੀਮ ਤੇ ਆਇਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਵਰਗ ਜਿਹੜੇ ਹੈਗੇ ਸਮਾਜ ਦੇ ਕਿਰਤੀ ਵਰਗ ਹੈਗੇ ਆ ਤੇ ਇਹਨਾਂ ਵਿੱਚੋਂ ਵੀ ਨਾਇਕ ਹੋ ਸਕਦੇ ਆ। ਸੋ ਇਹਨਾਂ ਦੇ ਵਿੱਚੋਂ ਨਾਇਕ ਲੱਭ ਕੇ ਬਹੁਤ ਸਾਰੇ ਕਹਾਣੀਕਾਰਾਂ ਨੇ ਤੇ ਨਾਵਲਕਾਰਾਂ ਨੇ ਪੇਸ਼ ਕੀਤੇ ਆ। ਇਸੇ ਤਰ੍ਹਾਂ ਨਾਰੀ ਕਹਾਣੀ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ। ਇਹ ਕੋਈ ਆਪਣੇ ਆਪ ਨਹੀਂ ਆ ਗਿਆ, ਇਹ ਜਿਵੇਂ ਸਮਾਜ ਦੇ ਵਿੱਚ ਕਈ ਵਾਰ ਲਹਿਰਾਂ ਸਾਹਿਤ ਨੂੰ ਪੈਦਾ ਕਰਦੀਆਂ, ਕਈ ਵਾਰ ਸਾਹਿਤ ਵੀ ਲਹਿਰਾਂ ਵੱਲ ਨੂੰ ਜਿਹੜਾ ਥੋੜਾ ਜਿਹਾ ਅਗਰਸਰ ਹੁੰਦਾ ਹੈ, ਕਿਉਂਕਿ ਨਾਰੀਆਂ ਦੇ ਵਿੱਚ ਚੇਤਨਾ ਆਉਣੀ ਸ਼ੁਰੂ ਹੋਈ ਹੈ, ਉਹਨਾਂ ਨੇ ਆਪਣਾ ਸਮਾਜ ਦੇ ਵਿੱਚ ਸਥਾਨ ਜਿਹੜਾ ਵਾ ਉਹ ਮੰਗਣਾ ਸ਼ੁਰੂ ਕੀਤਾ। ਤਾਂ ਲੇਖਕਾਂ ਨੂੰ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਕਤੀ ਨੂੰ ਪਹਿਚਾਨਣ ਦੀ ਜਿਹੜੀ ਆ ਲੋੜ ਪਈ ਹੈ। ਤਾਂ ਉਹ ਜਿਹੜਾ ਨਾਰੀਵਾਦੀ ਕਹਾਣੀ ਵੀ ਪੈਦਾ ਹੋਈ ਹੈ। ਨਾਰੀਆਂ ਦੇ ਅੰਦਰ ਜਿਹੜਾ ਟੁੱਟ ਭੱਜ ਹੋ ਰਹੀ ਆ ਸਮਾਜ 'ਚ ਸਥਾਨ ਹਾਸਲ ਕਰਨ ਵਾਸਤੇ, ਜੋ ਉਹਨਾਂ ਨੂੰ ਸਟਰਗਲ ਕਰਨੀ ਪੈ ਰਹੀ ਹੈ, ਉਹਦੇ ਬਾਰੇ ਥਰਡ ਜੈਂਡਰ ਦੀ ਕਹਾਣੀ ਵੀ ਆਉਣੀ ਸ਼ੁਰੂ ਹੋਈ ਹੈ, ਜਿਹੜੇ ਬਿਲਕੁਲ ਹੀ ਹਾਸ਼ਿਆਕ੍ਰਿਤ ਸ਼੍ਰੇਣੀ ਹੈਗੀ ਹੈ ਸਮਾਜ ਦੀ, ਜਿਹਦਾ ਕਿਤੇ ਵੀ ਸਥਾਨ ਨਹੀਂ ਹੈਗਾ, ਉਹ ਵੀ ਜਿਹੜਾ ਸਾਹਿਤ ਦੇ ਵਿੱਚ ਆ ਰਿਹਾ ਹੈ। ਅੱਛਾ, ਗੱਲ ਚੱਲ ਰਹੀ ਸੀ ਮੰਡ ਸਾਹਿਬ ਦੀ, ਆਖਰੀ ਬਾਬੇ ਦੇ ਹਵਾਲੇ ਨਾਲ ਇਹਨਾਂ ਨੇ ਕੀਤੀ ਇਹ ਗੱਲ। ਮੈਂ ਉਹਦੇ 'ਚ ਇੱਕ ਦੋ ਗੱਲ ਜਿਹੜੀ ਹੈ ਐਡ ਕਰਨੀ ਚਾਹੁੰਦਾ ਸੀਗਾ। ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜਾ ਕਿਸਾਨੀ ਜਿਹੜਾ ਸੰਘਰਸ਼ ਚੱਲਿਆ ਹੈ, ਇਹਦੇ ਲਈ ਸਾਨੂੰ ਕਾਫੀ ਸਮਾਂ ਚਾਹੀਦਾ ਹੈ ਤਾਂ ਕੋਈ ਮਤਲਬ ਵੱਡੀ ਰਚਨਾ ਪੈਦਾ ਹੋ ਸਕਦੀ ਹੈ। ਤਾਂ ਮੈਂ ਇਹਦੇ ਨਾਲ ਨਾ ਕੋਈ ਸਹਿਮਤ ਨਹੀਂ ਗਾ ਬਹੁਤਾ ਗੱਲ ਨਾਲ। ਇਸ ਕਰਕੇ ਸਹਿਮਤ ਨਹੀਂ, ਜੇ ਸਮਾਂ ਚਾਹੀਦਾ ਹੁੰਦਾ ਤਾਂ 47 ਨੂੰ ਬਹੁਤ ਸਮਾਂ ਹੋ ਗਿਆ, ਤਾਂ ਕੋਈ ਵੱਡੀ ਰਚਨਾ ਸਾਡੇ ਕੋਲੇ ਆ ਜਾਣੀ ਸੀ। 84 ਨੂੰ ਵੀ ਬਹੁਤ ਸਮਾਂ ਹੋ ਗਿਆ, ਕੋਈ ਵੱਡੀ ਰਚਨਾ ਸਾਡੇ ਕੋਲੇ ਆ ਨਹੀਂ ਸਕੀ। ਕਾਰਨ ਉਹਦਾ ਜਿਹੜਾ ਧਾਲੀਵਾਲ ਸਾਹਿਬ ਨੇ ਇਸ਼ਾਰਾ ਕੀਤਾ ਇਹੀ ਹੈ ਕਿ ਪੰਜਾਬੀ ਲੇਖਕਾਂ ਦੀ ਜਿਹੜੀ ਹੈਗੀ ਹੈ ਉਹ ਚੇਤਨਾ ਉਹ ਮੱਧ ਵਰਗੀ ਹੈ, ਮੱਧ ਵਰਗ ਚੋਂ ਵੀ ਉੱਚ ਮੱਧ ਵਰਗੀ ਹੈ। ਮੈਂ ਇੱਕ ਲੇਖ ਦਾ ਨਾਂ ਨਹੀਂ ਲੈਂਦਾਗਾ, ਉਹਨੇ ਮੈਨੂੰ ਕਿਹਾ, ਕਹਿੰਦਾ ਤੁਸੀਂ ਐਵੇਂ ਬਾਲੀਆਂ ਕਿਸਾਨਾਂ ਦੀਆਂ ਨਾ ਥੋੜਾ ਇਹਨਾਂ ਦੀਆਂ ਜ਼ਿਆਦਾ ਨਾ ਹਮਾਇਤ ਜੀ ਕਰਿਆ ਕਰੋ, ਜਦੋਂ ਉੱਥੋਂ ਜਿੱਤ ਕੇ ਆ ਗਏ ਨਾ ਸਾਹਮਣੇ ਔਖੇ ਹੋ ਜਾਣਗੇ। ਤੇ ਉਹ ਵੀ ਵੈਸੇ ਕਵਿਤਾਵਾਂ ਕਾਫੀ ਕਿਸਾਨੀ ਸੰਘਰਸ਼ ਉਹ ਵੀ ਲਿਖ ਰਿਹਾ। ਸੋ ਇਸ ਤਰ੍ਹਾਂ ਦੀ ਜਿਹੜੀ ਜਦੋਂ ਚੇਤਨਾ ਸਾਡੇ ਅੰਦਰ ਹੈਗੀ ਹੈ ਤੇ ਫਿਰ ਅਸੀਂ ਕੋਈ ਵੱਡੀ ਰਚਨਾ ਕਿਸ ਤਰ੍ਹਾਂ ਦੇ ਸਕਦੇ ਹੈਗੇ ਆ। ਮੈਂ ਕਰੋਨਾ ਦਾ ਦੌਰ ਸੀਗਾ ਤੇ ਉਹਨਾਂ 2-3 ਮਹੀਨਿਆਂ ਦੇ ਵਿੱਚ ਹੀ ਮੈਂ ਨਾਵਲ ਲਿਖਿਆ, ਉਹ 21 ਦਿਨ। ਮੈਨੂੰ ਇਹ ਤੇ ਵੀ ਗੱਲ ਤੇ ਆਲੋਚਨਾ ਹੋਈ, ਹੁਣੇ ਤੱਤ ਫੱਟ ਜੇ ਲਿਖ ਕੇ ਜਿਵੇਂ ਮਤਲਬ ਕੋਈ ਪਰੌਠਾ ਲਾ ਕੇ ਵੇਚ ਕੇ ਸੁੱਟ ਦੇਣਾ ਹੁੰਦਾ ਹੈ। ਜੇ ਕੋਈ ਸਾਨੂੰ ਬਹੁਤ ਜ਼ਿਆਦਾ ਮਤਲਬ ਹਾਂਟ ਕਰਦੀ ਹੈ ਨਾ ਗੱਲ, ਅਸੀਂ ਉੱਤੇ ਕੋਈ ਤੱਤ ਫੱਟ ਰਚਨਾ ਵੀ ਕਰ ਸਕਦੇ ਹਾਂ। ਗੱਲ ਤਾਂ ਸਾਡੇ ਅਹਿਸਾਸਾਂ ਦੀ, ਅਸੀਂ ਉਹਨੂੰ ਕਿਵੇਂ ਸਮਝਦੇ ਹੈਗੇ ਆ। ਜੇ ਜਿਵੇਂ ਜਿਵੇਂ ਦੂਰੀ ਪੈਂਦੀ ਜਾਊਗੀ ਕਿਸਾਨੀ ਸੰਘਰਸ਼ ਨਾਲੋਂ ਵੀ, ਉਹਦੇ ਹਵਾਲੇ ਨਾਲ ਮੈਂ ਗੱਲ ਕਰਨੀ ਚਾਹੁੰਦਾ। ਸਾਡੇ ਕੋਲੋਂ ਬਹੁਤ ਕੁਝ ਵਿਸਰ ਜਾਣਾ, ਸਾਡੇ ਉਹ ਜਜ਼ਬਾਤ ਨਹੀਂ ਰਹਿਣੇ, ਸਾਡੇ ਅਹਿਸਾਸ ਨਹੀਂ ਰਹਿਣੇ। ਤਾਂ ਜਿਹੜੇ ਨਾਵਲਕਾਰ ਹੈਗੇ ਨੇ, ਮੈਨੂੰ ਲੱਗਦਾ ਹੈ ਉਹਨਾਂ ਨੂੰ ਮਤਲਬ ਇੱਧਰਲੇ ਬੰਨੇ ਸੋਚਣਾ ਬਣਦਾ ਹੈਗਾ।
ਸਾਡੇ ਕੋਲੋਂ ਦੂਜੀ ਜਿਹੜੀ ਮੈਂ ਆਪਣੀ ਕਹਾਣੀ ਦੇ ਹਵਾਲੇ ਨਾਲ ਇੱਕ ਹੋਰ ਗੱਲ ਕਰਨੀ ਚਾਹੁੰਦਾ, ਜਿਹੜੀ ਮੇਨ ਆਉਂਦੀ ਹੈ। ਧਾਲੀਵਾਲ ਸਾਹਿਬ, ਤੁਸੀਂ ਜਿਹੜਾ ਖਾਸ ਤੌਰ ਤੇ ਨਿਸ਼ਾਨਦੇਹੀ ਕਰਦੇ ਹੁੰਦੇ ਆ ਮੇਰੀ ਕਹਾਣੀਆਂ ਦੀਆਂ ਇੱਕ ਦੋ ਦੀ ਜਿਹੜੀ ਹੈ ਖਾਸ ਤੌਰ ਤੇ ਕੀਤੀ ਆਤੂ ਖੁਦੀ ਦੀ, ਕਿ ਸਾਡੇ ਕੋਲ ਜਿਹੜੀਆਂ ਕਦਰਾਂ ਕੀਮਤਾਂ ਗਵਾਚ ਰਹੀਆਂ ਹੈ, ਉਹ ਕਦਰਾਂ ਕੀਮਤਾਂ ਅਸੀਂ ਜਿਹੜੇ ਸਾਡੇ ਨਾਇਕ ਹੈ, ਲੰਘ ਚੁੱਕੇ ਸਮਿਆਂ ਦੇ ਨਾਇਕ ਹੈ, ਆਖਰੀ ਬਾਬੇ 'ਚ ਵੀ ਉਹੀ ਗੱਲ ਕੀਤੀ ਹੈ, ਅਸੀਂ ਉਹ ਕਦਰਾਂ ਕੀਮਤਾਂ ਨੂੰ ਫੜਨ ਦੀ ਕੋਸ਼ਿਸ਼ ਦੇ ਵਿੱਚ ਹੈ। ਉਹ ਆਤੂ ਖੋਜੀ ਕੋਲੇ ਕੀ ਕਦਰਾਂ ਕੀਮਤਾਂ ਜਿਹੜੀਆਂ ਸਾਨੂੰ ਹੌਸਲਾ ਦਿੰਦੀਆਂ ਨੇ ਵੀ ਤੁਸੀਂ ਯਾਰ ਕਿੱਧਰਲੇ ਬਨੇ, ਤੁਸੀਂ ਕਿਉਂ ਦਿਲ ਢਾਹ ਲੈਂਦੇ ਹੈਗੇ ਆ, ਉਹ ਗੁਰਚਰਨੇ ਗਾਡਰ ਦੇ ਵਿੱਚ ਵੀ ਹੈਗੀਆਂ, ਉਹ ਅਲਵਿਦਾ ਬਿੱਕਰ ਸਿੰਘ ਦੇ ਵਿੱਚ ਵੀ ਹੈਗੀਆਂ। ਸੋ ਸਾਡੇ ਜਿਹੜੇ ਹੈਗੇ ਆ ਕਹਾਣੀਕਾਰ ਹੈਗੇ ਆ, ਮੈਂ ਤਾਂ ਖਾਸ ਤੌਰ ਤੇ ਇਹ ਕਰਦਾ ਹੁੰਦਾ ਵਾਂ, ਹੋਰ ਵੀ ਕਰਦੇ ਹੈਗੇ ਨੇ, ਵੀ ਸਾਡੀਆਂ ਜਿਹੜੀਆਂ ਉਹ ਕਦਰਾਂ ਕੀਮਤਾਂ ਗਵਾਚ ਰਹੀਆਂ, ਉਹ ਪੁਰਾਣੇ ਨਾਇਕਾਂ ਨੂੰ ਲੱਭ ਕੇ ਅਸੀਂ ਸਮਕਾਲੀ ਸਮਾਜ ਦੇ ਨਾਲ ਜੋੜ ਕੇ ਉਹਨਾਂ ਨੂੰ ਗੱਲ ਕਰ ਸਕਦੇ ਹਾਂ। ਰਾਜਸੀ ਚੇਤਨਾ ਭਾਵੇਂ ਜਾਂ ਸੰਘਰਸ਼ ਦੀ ਗੱਲ ਭਾਵੇਂ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਥੋੜਾ ਵਕਤ ਲੈਂਦੀ ਹੈ, ਖਾਸ ਤੌਰ ਤੇ ਜੇ ਐਪਕ ਕਿਸਮ ਦੀ ਰਚਨਾ ਕਰਨੀ ਹੋਵੇ, ਪਰ ਮੈਂ ਔਰਤਾਂ ਦੇ ਪ੍ਰਸੰਗ ਦੇ ਵਿੱਚ ਇਹ ਜ਼ਰੂਰ ਕਹਿਣਾ ਚਾਹੁੰਦਾ ਗੱਲ ਕਿ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਕਹਾਣੀ ਦੇ ਵਿੱਚ ਕੁਝ ਨਵੀਆਂ ਕਹਾਣੀਕਾਰਾਂ ਨੇ ਜਿਹੜਾ ਹੈ ਔਰਤ ਦਾ ਜਿਹੜਾ ਇੱਕ ਰੂਪ ਚਿਤਰਿਆ ਨਵਾਂ, ਉਹ ਰੂਪ ਮੇਰੇ ਵਾਸਤੇ ਬਿਲਕੁਲ ਕਿਸੇ ਸੰਘਰਸ਼ਕਾਰੀ ਬੰਦੇ ਵਰਗਾ ਰੂਪ ਹੈ ਕਿ ਜਿਹੜਾ ਸਾਰੇ ਕੁਛ ਨੂੰ ਪਲਟਾਈ ਤੁਰਿਆ ਜਾਂਦਾ, ਆਪਣੇ ਆਪ ਨੂੰ ਵੀ ਤੇ ਆਲੇ ਦੁਆਲੇ ਦੇ ਸਮਾਜ ਨੂੰ ਵੀ। ਜਿਹਨੂੰ ਮੈਂ ਜੇ ਕਹਾਂ ਤਾਂ ਜਿਵੇਂ ਬੰਦਾ ਕਹਿੰਦਾ ਨਾ ਕਿ ਜੋ ਤੁਸੀਂ ਮੈਨੂੰ ਪਰਿਭਾਸ਼ਿਤ ਕਰ ਰਹੇ ਹੈਗੇ ਆ, ਮੈਨੂੰ ਉਹ ਪਰਿਭਾਸ਼ਾ ਮਨਜ਼ੂਰ ਨਹੀਂ ਗਈ, ਮੈਂ ਉਹਦੇ ਮੁਤਾਬਕ ਨਹੀਂ ਜਿਉਣਾ, ਮੈਂ ਆਪਣੀ ਪਰਿਭਾਸ਼ਾ ਆਪ ਜਿਹੜੀ ਹੈ ਤੁਹਾਡੇ ਸਾਹਮਣੇ ਰੱਖਣੀ। ਖਾਸ ਤੌਰ ਤੇ ਔਰਤਾਂ ਦੇ ਪ੍ਰਸੰਗ ਦੇ ਵਿੱਚ ਤੁਸੀਂ ਸਰਗੀ ਦੀਆਂ ਕਹਾਣੀਆਂ ਪੜ੍ਹੀਆਂ ਹੋਣੀਆਂ, ਤ੍ਰਿਪਤਾ ਕੇ ਸਿੰਘ ਦੀਆਂ ਵੀ ਪੜ੍ਹੀਆਂ ਹੋਣੀਆਂ। ਜਿਹੜੀ ਇਹ ਔਰਤ ਦਾ ਜਿਹੜਾ ਇਸ ਤਰ੍ਹਾਂ ਦਾ ਨਵਾਂ ਰੂਪ ਹੈ, ਉਹ ਰੂਪ ਖਾਸ ਤੌਰ ਤੇ ਉਗਰ ਕਿਸਮ ਦਾ ਰੂਪ ਜਿਹੜਾ ਹੈਗਾ, ਉਹ ਤੁਹਾਨੂੰ ਜਿਹੜੇ ਮਰਦ ਲੇਖਕ ਨੇ ਉਹਨਾਂ ਦੇ ਵਿੱਚ ਕੰਪੈਰੀਟਿਵਲੀ ਘੱਟ ਨਜ਼ਰ ਆਉਂਦਾ ਹੈ। ਉਹਦੇ ਕਾਰਨ ਕੀ ਨੇ ਉਹ ਲੇਖਕ ਹੀ ਦੱਸ ਸਕਦੇ ਆ। ਪਿੱਛੇ ਜੇ ਸੁਖਪਾਲ ਥਿੰਦ ਦੀ ਕਿਤਾਬ ਤੇ ਇੱਕ ਪ੍ਰੋਗਰਾਮ ਹੋਇਆ ਆਨਲਾਈਨ, ਤੇ ਉਹਦੇ 'ਚ ਇੱਕ ਨਾਰੀ ਲੇਖਕ ਨੇ ਇਹਦੇ ਤੋਂ ਸਵਾਲ ਪੁੱਛਿਆ, ਪਰ ਤਿੱਖੇ ਢੰਗ ਨਾਲ ਸਵਾਲ ਪੁੱਛਿਆ ਕਿ ਤੁਹਾਡੀਆਂ ਕਹਾਣੀਆਂ ਦੇ ਵਿੱਚ ਔਰਤ ਤਾਂ ਹੈ ਹੀ ਨਹੀਂ, ਤਾਂ ਕੀ ਗੱਲ ਵੀ ਤੁਸੀਂ ਮਤਲਬ ਔਰਤ ਦੀ ਆਵਾਜ਼ ਨੂੰ ਆਵਾਜ਼ ਕਿਉਂ ਨਹੀਂ ਦੇਣਾ ਚਾਹੁੰਦੇ, ਕਿਉਂਕਿ ਤੁਹਾਡੇ ਮਰਦ ਦੀ ਆਵਾਜ਼ ਹੀ ਉੱਚੀ ਰਵੇ ਤਾਂ ਨਹੀਂ ਦੇਣਾ ਚਾਹੁੰਦੇ, ਕਿ ਕੀ ਵਜ੍ਹਾ ਨੇ? ਮੈਂ ਉਹੀ ਸਵਾਲ ਜੇ ਕਿਸੇ ਬਦਲਵੇਂ ਰੂਪ ਦੇ ਵਿੱਚ ਜਵਾਬ ਦੇਣਾ ਹੋਵੇ ਤਾਂ ਸੁਖਪਾਲ ਥਿੰਦ ਮੂਹਰੇ ਰੱਖਦਾ ਉਹ ਸਵਾਲ। ਉਸ ਤੋਂ ਬਾਅਦ ਬਲਕਾਰ ਸਵਾਲ ਬੜਾ ਇਹ ਜਿਹੜਾ ਪੜਾਅ ਹੈ ਬੜੇ ਦਿਲਚਸਪ ਦੌਰ 'ਚ ਦਾਖਲ ਹੋ ਗਿਆ। ਧਾਲੀਵਾਲ ਸਾਹਿਬ ਨੇ ਇੱਕ ਕੈਨੇਡਾ ਤੋਂ ਬੈਠੀ ਸੰਸਥਾ, ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਉੱਭਰੀ, ਔਰ ਉਹ ਸਵਾਲ ਪੁੱਛਣ ਵਾਲੀ ਕਹਾਣੀਕਾਰਾ ਸਰਗੀ ਸੀ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਇਹ ਵਿਊ ਪੁਆਇੰਟ ਸੀ, ਸੋਚਣ ਦਾ ਨਜ਼ਰੀਆ ਸੀ ਕਿ ਤੁਹਾਡੀਆਂ ਕਹਾਣੀਆਂ 'ਚ ਔਰਤ ਜਿਹੜੀ ਆ ਉਹ ਇੰਨੀ ਸ਼ਕਤੀਸ਼ਾਲੀ ਰੂਪ 'ਚ ਨਹੀਂ ਆਈ। ਹਜੇ ਕਿ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ, ਉਹਨਾਂ ਦੀ ਆਪਣੀ ਰਾਏ ਹੋ ਸਕਦੀ ਹੈ। ਉਸ ਦਿਨ ਧਾਲੀਵਾਲ ਸਾਹਿਬ, ਉਸ ਦਿਨ ਬਹੁਤਾ ਮੌਕਾ ਨਹੀਂ ਮਿਲਿਆ ਉਸ ਗੱਲ ਤੇ। ਅੱਜ ਵਧੀਆ ਤੁਸੀਂ ਇਹ ਮੁੱਦਾ ਛੇੜ ਲਿਆ। ਮੇਰੀ ਕਹਾਣੀ ਫੁੱਲਾਂ ਦੀ ਫਸਲ ਹੈ। ਉਸ ਕਹਾਣੀ ਨੂੰ ਗੌਰ ਨਾਲ ਪੜ੍ਹੋ। ਉਸ ਘਰ ਦੇ ਵਿੱਚ ਹੋ ਰਹੇ ਜਿਹੜੇ ਸਾਰੇ ਫੈਸਲੇ ਨੇ, ਬੱਚੇ ਨੇ ਕਿਹੜੇ ਸਕੂਲ 'ਚ ਪੜ੍ਹਨਾ, ਬੱਚੇ ਨੇ +2 ਕਰਕੇ ਕਿਹੜੀ ਸਟਰੀਮ ਚੁਣਨੀ ਹੈ, ਬੱਚੇ ਨੇ ਕਿਹੜੇ ਅਦਾਰੇ 'ਚ ਦਾਖਲਾ ਲੈਣਾ ਹੈ, ਵਗੈਰਾ ਵਗੈਰਾ ਵਗੈਰਾ। ਇਹ ਕਿਚਨ ਨਾਲ ਜੁੜੇ ਮਸਲੇ ਨਹੀਂ ਗੇ, ਅਗਲੀ ਪੀੜ੍ਹੀ ਨਾਲ ਜੁੜੇ ਮਸਲੇ ਆ, ਔਰ ਉਹ ਸਾਰੇ ਹੀ ਫੈਸਲੇ ਕਹਾਣੀ ਦੇ ਵਿੱਚ ਔਰਤ ਲੈ ਰਹੀ ਹੈ, ਜਸਮੀਤ ਨਾਂ ਦੀ ਔਰਤ ਲੈ ਰਹੀ ਹੈ।
ਉਹਦੇ ਵਿੱਚ ਜਿਹੜਾ ਮਰਦ ਪਾਤਰ ਹੈ ਉਹ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਕਹਾਣੀ ਜਿਹਦੇ ਰਾਹੀਂ ਪੇਸ਼ ਹੋ ਰਹੀ ਹੋਵੇ ਆਪਾਂ ਸਮਝ ਲੈਂਦੇ ਵੀ ਇਹ ਮੁੱਖ ਪਾਤਰ ਹੈ, ਆਪਾਂ ਜਿਹੜੀਆਂ ਉਹਦੇ ਅੰਦਰ ਛੁਪੀ ਹੋਈ ਧੁਨੀ ਹੈ ਉਹ ਤੋਂ ਆਪਾਂ ਪਰੇ ਨੂੰ ਚਲੇ ਜਾਂਦੇ ਹਾਂ। ਉਸ ਕਹਾਣੀ ਸਾਰੀ ਦੇ ਵਿੱਚ ਹੀ ਜਿਹੜੇ ਫੈਸਲੇ ਨੇ ਉਹ ਜਸਮੀਤ ਦੀ ਮਨਮਰਜ਼ੀ ਨਾਲ ਕਿ ਕੋਠੀ ਕਿੱਥੇ ਬਣਾਉਣੀ ਹੈ, ਵਸਣਾ ਸ਼ਹਿਰ 'ਚ ਰਹਿਣਾ ਹੈ ਤੇ ਰਹਿਣਾ ਕਿੱਥੇ ਹੈ, ਬੱਚੀ ਵਾਲੀ ਗੱਲ ਮੈਂ ਕੀਤੀ, ਤਾਂ ਉਹ ਸਾਰਾ ਕੁਝ ਉੱਚ ਪਿਆ ਹੋਇਆ ਉਸ ਕਹਾਣੀ ਦੇ ਵਿੱਚ। ਇਸ ਕਰਕੇ ਉਹ ਨਿਰਧਾਰਤ ਤਾਂ ਸਾਰੀ ਔਰਤ ਕਰ ਰਹੀ ਹੈ, ਨਜ਼ਰੀਆ ਦੇਖਣ ਦਾ ਤੁਹਾਡਾ ਕਿਵੇਂ ਹੈ ਉਹਦੇ ਨਾਲ ਅੰਤਰ ਆ ਜਾਂਦਾ ਹੈ। ਮੇਰੀ ਕਹਾਣੀ ਹੈ ਸਾਂਝਾ ਦੀ ਸ਼ਤਰੰਜ। ਉਸ ਕਹਾਣੀ ਦੇ ਵਿੱਚ ਔਰਤ ਪਾਤਰ ਆਉਂਦੀ ਕੁਝ ਪਲਾਂ ਲਈ ਹੈ, ਪਰ ਉਹ ਸਾਰਾ ਹੀ ਫੈਸਲੇ ਜਿਹੜੇ ਨੇ ਉਹ ਜਿਹੜੀ ਸਾਡੀ ਕਾਲਜਾਂ ਦੀ ਟੀਚਰਾਂ ਦੀ ਰਾਜਨੀਤੀ ਹੈ, ਵੋਟ ਪੋਲਿਟਿਕਸ, ਉਹਦੇ ਤੇ ਆਧਾਰਿਤ ਕਹਾਣੀ ਹੈ। ਉਹ ਜਿਹੜੀ ਉਹ ਲੜਕੀ ਹੈ, ਮੈਡਮ ਹੈ, ਉਹ ਦਲਿਤ ਪਿਛੋਕੜ ਦੀ ਹੈ। ਬਾਕੀ ਸਾਰਾ ਉਹਦੇ ਵਿੱਚ ਉਹ ਘਮਸਾਨ ਪਿਆ ਹੈ ਜਿਹੜਾ ਸਾਡਾ ਜਾਤੀਗਤ ਸਾਰਾ ਮਸਲਾ ਹੈ ਸਮਾਜ ਦਾ ਇਸ ਵਕਤ, ਜਿਹੜਾ ਬਹੁਤ ਉੱਭਰਵੇਂ ਰੂਪ ਦੇ ਵਿੱਚ ਸਾਨੂੰ ਜਿਹੜੀਆਂ ਆਵਾਜ਼ਾਂ ਸੁਣਦੀਆਂ ਨੇ। ਤਾਂ ਉਹ ਔਰਤ ਦੀ ਦਾਖਲਾ 2-3 ਥਾਵਾਂ ਤੇ ਹੈ, ਪਰ ਉਹਨਾਂ ਥਾਵਾਂ ਤੇ ਹੈ ਜਿੱਥੇ ਉਹ ਸਾਰਾ ਜਿਹੜਾ ਹੈ ਉਹਦੀਆਂ ਵੋਟਾਂ ਦੇ ਨਾਲ ਸਾਰਾ ਤਵਾਜ਼ਨ ਜਿਹੜਾ ਹੈ ਉਹ ਜਿਹੜਾ ਹੈ ਦੂਜੇ ਬੰਨੇ ਝੁਕ ਜਾਂਦਾ ਹੈ। ਤਾਂ ਉਹ ਜਿਹੜੀ ਔਰਤ ਪਾਤਰ ਹੈ ਉਹਦਾ ਫੈਸਲਾ ਸਮੁੱਚੀ ਗੱਲ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਸੀਂ ਭੁਲੇਖਾ ਖਾ ਜਾਂਦੇ ਹਾਂ, ਵੈਸੇ ਕਹਾਣੀ ਪੜ੍ਹਨ ਦੀ ਵੀ ਇੱਕ ਜਾਂਚ ਹੁੰਦੀ ਹੈ। ਅਸੀਂ ਭੁਲੇਖਾ ਖਾ ਜਾਂਦੇ ਹਾਂ ਜਦੋਂ ਕਹਾਣੀ ਨੂੰ ਪੇਸ਼ ਕਰਨ ਦਾ ਮਰਦ ਜਿਹੜਾ ਹੈ ਉਹ ਮੈਂ ਪਾਤਰ ਜਿਹੜਾ ਉਹ ਹੋਵੇ ਤੇ ਲੱਗਦਾ ਵੀ ਸ਼ਾਇਦ ਉਹਦੀ ਕਹਾਣੀ ਕਹੀ ਜਾ ਰਹੀ ਹੈ। ਉਹ ਤਾਂ ਮਾਧਿਅਮ ਹੁੰਦਾ ਹੈ, ਕਹਾਣੀ ਦੀਆਂ ਹੋਰ ਪਰਤਾਂ ਹੁੰਦੀਆਂ ਨੇ। ਤਾਂ ਉਹ ਸਾਰਾ ਕੁਝ ਜਿਹੜਾ ਹੈ, ਕਿਉਂਕਿ ਔਰਤ ਬਹੁਤ ਤਾਕਤਵਰ ਹੋ ਰਹੀ ਹੈ ਸਾਡੀ ਸੁਸਾਇਟੀ ਦੇ ਵਿੱਚ। ਮੈਂ ਆਪਣੀਆਂ ਕਲਾਸਾਂ 'ਚ ਦੇਖਦਾ, ਇੱਕ ਬੈਂਚ ਹੁੰਦਾ ਸੀ ਲੜਕੀਆਂ ਦਾ, 2 ਬੈਂਚ ਜਿਹੜੇ ਅਖੀਰ ਤੱਕ ਲੜਕਿਆਂ ਦੇ ਹੁੰਦੇ ਸੀ ਜਦੋਂ ਮੈਂ ਆਪਣੀ ਨੌਕਰੀ ਸ਼ੁਰੂ ਕੀਤੀ। ਅੱਜ 2 ਦੀ ਬਜਾਏ ਵੀ 2.5 ਬੈਂਚ ਲੜਕੀਆਂ ਦੇ ਨੇ, ਅੱਧਾ ਕੁ ਬੈਂਚ ਹੁੰਦੇ ਨੇ, 5-6 ਬੈਂਚ ਜਿੱਤੇ ਲੜਕੇ ਬੈਠੇ ਹੋਏ ਨੇ। ਇਹ ਤਾਕਤ ਹੈ। ਜਦੋਂ ਇਹ ਤਾਕਤ ਉੱਭਰਵੀਂ ਹੈ ਤੇ ਉਹ ਲੇਖਕ ਦੀ ਰਚਨਾ 'ਚ ਆਏਗੀ ਕਿਉਂ ਨਹੀਂ, ਉਹਨੇ ਆਪੇ ਹੀ ਆ ਜਾਣਾ ਜੇ ਉਹ ਜੈਨੂਇਨ ਰਾਈਟਰ ਹੈ। ਔਰ ਮੇਰੀਆਂ ਵੀ ਕਹਾਣੀਆਂ 'ਚ ਸ਼ਾਇਦ ਉਹ ਔਰਤ ਉਸ ਰੂਪ 'ਚ ਆ ਰਹੀ ਹੈ। ਮੇਰਾ ਖਿਆਲ ਜ਼ਿਆਦਾ ਉਹਨਾਂ ਦਾ ਸਵਾਲ ਸੀ ਉਹ ਕੇਂਦਰੀ ਪਾਤਰ ਬਾਰੇ ਸੀ ਕਿ ਜਿਵੇਂ ਕਿ ਅੱਜ ਕੱਲ੍ਹ ਕੁਝ ਕਹਾਣੀਆਂ ਨਾਵਲਾਂ ਦੇ ਵਿੱਚ ਔਰਤ ਜਿਹੜੀ ਹੈਗੀ ਆ, ਜਿਹੜੇ ਮਰਦ ਵੀ ਹੈ ਕਿ ਉਹ ਔਰਤ ਬਣ ਕੇ ਕਹਾਣੀ ਲਿਖਦੇ ਆ, ਜਾਂ ਔਰਤ ਮਰਦ ਦੇ ਰੂਪ ਦੇ ਵਿੱਚ ਮੈਂ ਨਾਲ ਕਹਾਣੀ ਲਿਖਦੀ ਹੈ ਕਿ ਵੀ ਇਸ ਤਰ੍ਹਾਂ ਦੇ ਉਹਨਾਂ ਦਾ ਮੇਰਾ ਖਿਆਲ ਇਹ ਸੀ। ਪਰ ਸੁਖਪਾਲ ਦੀ ਗੱਲ ਵੀ ਹੈ ਕਿ ਵੀ ਉਹ ਔਰਤ ਭਾਵੇਂ ਕੇਂਦਰੀ ਪਾਤਰ ਨਾ ਵੀ ਹੋਵੇ, ਪੈਰੀ ਫੇਰੀ ਤੇ ਹੋਵੇ, ਇਸ ਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਉਹਦੇ ਆਖਰੀ ਹੁੰਦੀ ਹੈ। ਪਰ ਇਹ ਅਸੀਂ ਸਾਰੇ ਹੀ ਮਹਿਸੂਸ ਕਰਦੇ ਹਾਂ ਪਿਛਲੇ ਸਮੇਂ ਦੇ ਵਿੱਚ ਜਿੰਨੀ ਪੰਜਾਬੀ ਔਰਤ ਨੇ ਜਿਹੜੀ ਹੈਗੀ ਆਪਣੀ ਆਵਾਜ਼ ਚੱਕੀ ਹੈ ਜਾਂ ਆਪਣੇ ਆਪ ਨੂੰ ਜਿਹੜਾ ਹੈਗਾ ਸਾਹਮਣੇ ਲਿਆਂਦਾ ਹੈ ਜਾਂ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ, ਉਹ ਸੱਚਮੁੱਚ ਹੈਰਾਨੀਜਨਕ ਹੈ। ਇਕੱਲੇ ਘਰਾਂ ਤੱਕ ਸੀਮਿਤ ਨਹੀਂ ਗੱਲ, ਇਹ ਜਿਹੜੀ ਪਬਲਿਕ ਸਪੇਸ ਤੱਕ ਵੀ ਤੁਸੀਂ ਇਸ ਦੀ ਹਾਜ਼ਰੀ ਇਸ ਤਰ੍ਹਾਂ ਵੇਖ ਸਕਦੇ। ਜਿਵੇਂ ਪਹਿਲੀ ਵਾਰੀ ਦੁਨੀਆ ਹੈਰਾਨ ਹੋਈ ਹੈ ਇਸ ਵਾਰੀ ਕਿਸਾਨ ਮੋਰਚੇ ਦੀ ਗੱਲ ਵਾਰ-ਵਾਰ ਆ ਜਾਂਦੀ ਹੈ ਜਦੋਂ ਮੀਡੀਆ ਇਸ ਤਰ੍ਹਾਂ ਦੀ ਫੋਟੋ ਲਾਉਂਦਾ ਹੈ ਕਿ ਜਿਹਦੇ 'ਚ ਖੱਟੀਆਂ ਚੁੰਨੀਆਂ ਲਈ ਹਜ਼ਾਰਾਂ ਔਰਤਾਂ ਬੈਠੀਆਂ ਹੋਈਆਂ ਹੈਗੀਆਂ, ਤੇ ਉਹ ਦ੍ਰਿਸ਼ ਅਸੀਂ ਕਦੇ ਵੇਖੇ ਨਹੀਂ ਸੀ। ਇਸ ਤਰ੍ਹਾਂ ਦੇ ਦ੍ਰਿਸ਼ ਸਾਡੇ ਵਾਸਤੇ ਉਹ ਦ੍ਰਿਸ਼ ਸਾਰੇ ਸੰਸਾਰ ਵਾਸਤੇ ਨਵੇਂ ਦ੍ਰਿਸ਼ ਨੇ ਉਹ, ਤੇ ਉਹਨੇ ਸਾਡੀ ਜਿਹੜੀ ਹੈਗੀ ਆ ਉਸ ਗੱਲ ਦੀ ਹੀ ਇੱਕ ਤਰ੍ਹਾਂ ਪ੍ਰੋੜਤਾ ਕੀਤੀ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ 21ਵੀਂ ਸਦੀ ਔਰਤਾਂ ਦੀ ਸਦੀ ਹੈ, ਜਿਵੇਂ ਏਸ਼ੀਆ ਦੀ ਸਦੀ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਸੀ ਜਿਹੜਾ। ਕਿਉਂਕਿ ਹੁਣ ਦੇ ਜਿਹੜੇ ਨਾਵਲ ਆ ਉਹਨਾਂ ਦੇ ਵਿੱਚ ਜਾਂ ਸਾਡੀ ਕਥਾ ਉਹਦੇ ਵਿੱਚ ਸਾਡੇ ਅਤੀਤ ਨੂੰ ਮੁੜ-ਮੁੜ ਰਿੜਕਿਆ ਜਾ ਰਿਹਾ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜਸਵੀਰ ਮੰਡ ਉਹਨਾਂ ਦੇ ਨਾਵਲ ਦੇ ਵਿੱਚ ਵੀ ਇਸ ਤਰੀਕੇ ਦੀ ਗੱਲ ਆਈ ਹੈ। ਤਾਂ ਹੋਰ ਵੀ ਬਹੁਤ ਸਾਰੇ ਨਾਵਲ ਆ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਹੋਈਆਂ। ਤਾਂ ਕੀ ਸਾਨੂੰ ਹੁਣ ਅਜਿਹੀ ਕਿਹੜੀਆਂ ਸਥਿਤੀਆਂ ਬਣੀਆਂ ਕਿ ਸਾਨੂੰ ਆਪਣੇ ਅਤੀਤ ਵੱਲ ਮੁੜਨਾ ਪੈ ਰਿਹਾ, ਜਾਂ ਸਾਨੂੰ ਹੁਣ ਕੀ ਅਜਿਹੇ ਮਾਡਲ ਨਵੇਂ ਸਿਰਜਣੇ ਪੈ ਰਹੇ ਆ ਕਿ ਸਾਨੂੰ ਮੁੜ ਕੇ ਆਪਣੇ ਅਤੀਤ ਵੱਲ ਰਿੜਕਿਆ ਜਾ ਰਿਹਾ ਕਿ ਅਸੀਂ ਪਹਿਲਾਂ ਹੋਰ ਟਰੈਕ ਤੇ ਚੜੇ ਹੋਏ ਸੀ, ਹੁਣ ਸਾਨੂੰ ਫੇਰ ਆਪਣੇ ਵਾਪਸੀ ਵੱਲ ਪਰਤਣਾ ਪੈ ਰਿਹਾ। ਇਹ ਸਵਾਲ ਮੇਰੇ ਜਸਵੀਰ ਮੰਡ ਨੂੰ। ਬਲਕਾਰ ਹੋਰਾਂ ਦੇ ਸਵਾਲ ਦੇ ਨਾ ਵਿੱਚੇ ਹੀ ਮੈਂ ਇੱਕ ਗੱਲ
ਡਾਕਟਰ ਸਰਜੀਤ ਹੋਰੀ ਵਾਰ-ਵਾਰ ਜਦੋਂ ਸੈਮੀਨਾਰਾਂ ਦੇ ਵਿੱਚ ਮੈਂ ਇਹਨਾਂ ਨੂੰ ਸੁਣਿਆ ਤਾਂ ਇਹ ਵਾਰ-ਵਾਰ ਇੱਕ ਗੱਲ ਕਹਿੰਦੇ ਰਹੇ ਕਿ ਪੰਜਾਬੀ ਦਾ ਨਾਵਲ, ਕਿਉਂਕਿ ਇਹ ਨਾਵਲ ਦੇ ਵਿਸ਼ੇਸ਼ਕ ਹੈ, ਕਿ ਪੰਜਾਬੀ ਦਾ ਨਾਵਲ ਸਮਕਾਲ ਤੋਂ ਕਿਤੇ ਨਾ ਕਿਤੇ ਥੋੜਾ ਪਰੇ ਰਹਿ ਕੇ ਅਤੀਤ ਚੋਂ ਕੋਈ ਟੋਹ ਭਾਲ ਰਿਹਾ ਹੈਗਾ। ਇਹ ਹੁਣ ਉਹਦੀ ਸਿਰਫ ਜੁਗਤ ਹੈ ਕਿ ਸਮਕਾਲ ਤੋਂ ਟਾਲਾ ਵੱਟਣ ਦਾ ਜਾਂ ਪਾਸਾ ਵੱਟਣ ਦਾ ਜਿਹੜਾ ਹੈਗਾ ਇੱਕ ਉਹਦਾ ਰੁਝਾਨ ਹੈ। ਇਹ ਗੱਲ ਨੂੰ ਵੀ ਮੈਂ ਨਾਲ ਜੋੜਨੀ ਚਾਹੁੰਦਾ ਜਸਵੀਰ ਮਾਨ। ਜਦੋਂ ਵੀ ਵਰਤਮਾਨ ਸਾਡੇ ਕੋਲੋਂ ਖਿਸਕਦਾ ਹੈ ਤਾਂ ਖਾਸ ਕਰਕੇ ਕਿਉਂਕਿ ਮੈਂ ਕਿਸਾਨੀ ਦਾ ਬੰਦਾ, ਇਸ ਕਰਕੇ ਮੈਂ ਉਹਦੇ ਸੰਦਰਭ ਵਿੱਚ ਗੱਲ ਕਰਾਂਗਾ। ਕਿਸਾਨੀ ਵਿੱਚ ਖਾਸ ਕਰਕੇ ਜਦ ਵੀ ਉਹਦਾ ਵਰਤਮਾਨ ਖਿਸਕਦਾ ਹੈ ਤਾਂ ਉਹ ਭੂਤਕਾਲ ਵਿੱਚ ਜਾਂਦਾ ਹੈ। ਤੇ ਭੂਤਕਾਲ ਵਿੱਚ ਜਾਣਾ ਜਾਂ ਅਤੀਤ ਵਿੱਚ ਜਾਣਾ, ਇਹਨੂੰ ਸਿਰਫ ਏਦਾਂ ਹੀ ਨਹੀਂ ਮੰਨ ਲੈਣਾ ਚਾਹੀਦਾ ਕਿ ਜੇ ਤੁਸੀਂ ਅਤੀਤ ਵਿੱਚ ਚਲੇ ਗਏ ਤਾਂ ਹੋ ਸਕਦਾ ਤੁਸੀਂ ਪਿਛਾਂਹ ਖਿੱਚੂ ਹੋ ਗਏ, ਜਾਂ ਵਰਤਮਾਨ ਵਿੱਚ ਜਾਂ ਵਰਤਮਾਨ ਤੁਹਾਡੇ ਕੋਈ ਮਸਲੇ ਹੱਲ ਨਹੀਂ ਕਰ ਰਿਹਾ। ਅਸਲ ਵਿੱਚ ਜਿੰਨੀਆਂ ਵੀ ਖਾਸ ਕਰਕੇ ਕਿਸਾਨੀ ਦੇ ਨਾਲ ਸੰਬੰਧਿਤ, ਕਿਸਾਨੀ ਦੇ ਵਿੱਚ ਜਿੰਨੇ ਵੀ ਮੂਲ ਸਰੋਤ ਹੈਗੇ ਆ ਕਿਸਾਨੀ ਦੇ ਕਰੈਕਟਰ ਦੇ, ਕਿਸਾਨੀ ਦੇ ਮੂਲ ਗੁਣ, ਸਾਰੇ ਦੇ ਸਾਰੇ ਅਤੀਤ ਨੇ ਘੜੇ ਹੋਏ ਕਿਸਾਨੀ ਵਿੱਚ। ਵੈਸੇ ਤਾਂ ਹਰ ਜਗ੍ਹਾ ਹੁੰਦਾ ਤੇ ਇਸ ਕਰਕੇ ਕਿਉਂਕਿ ਮੇਰਾ ਅਨੁਭਵ ਕਿਸਾਨੀ ਦਾ ਹੈ, ਕਿਸਾਨੀ ਬਹੁਤ ਜ਼ਿਆਦਾ ਅਤੀਤ ਵਿੱਚ ਜਾਂਦੀ ਹੈ। ਤੇ ਉਹ ਅਤੀਤ ਵਿੱਚ ਜਾਣ ਦਾ ਕਾਰਨ ਹੀ ਇਸ ਕਰਕੇ ਹੈ ਕਿਉਂਕਿ ਅਤੀਤ ਵਿੱਚ ਜਾਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਕਿਸਾਨੀ ਬਾਸੀ ਹੋ ਰਹੀ ਹੁੰਦੀ ਹੈ। ਅਤੀਤ ਜਦ ਵੀ ਕਿਸਾਨੀ ਥੋੜੀ ਥਿੜਕਦੀ ਹੈ ਤਾਂ ਉਹ ਅਤੀਤ ਵਿੱਚ ਜਾਂਦੀ ਹੈ, ਸਿਰਫ ਇਸ ਕਰਕੇ ਕਿਉਂਕਿ ਅਤੀਤ ਵਿੱਚ ਜਿਹੜਾ ਉਹਦਾ ਵਰਤਮਾਨ ਦੇ ਨਾਲ ਜਿਹੜਾ ਸੰਵਾਦ ਹੋਇਆ ਹੁੰਦਾ, ਖਾਸ ਕਰਕੇ ਕੁਦਰਤ ਦੇ ਨਾਲ ਜਿਹੜਾ ਸੰਵਾਦ ਹੈ, ਚਾਹੇ ਉਹ ਅਤੀਤ ਵਿੱਚ ਵਾਪਰਿਆ ਤੇ ਚਾਹੇ ਵਰਤਮਾਨ ਵਿੱਚ ਉਹਦੀ ਅਸਫਲਤਾ ਹੋਈ ਹੈ, ਕੁਦਰਤ ਨਾਲ ਜਿਹੜਾ ਸੰਵਾਦ ਹੈ ਉਹਦੀ ਤਾਜ਼ਗੀ ਚਾਹੁੰਦਾ ਹੁੰਦਾ ਹੈ, ਖਾਸ ਕਰਕੇ ਕਿਸਾਨੀ ਦਾ ਪਾਤਰ। ਤੇ ਇਸ ਕਰਕੇ ਕਿਸਾਨੀ ਜਦੋਂ ਤੱਕ ਮੁਕੰਮਲ ਕਿਸਾਨੀ ਖਤਮ ਨਹੀਂ ਹੋ ਜਾਂਦੀ, ਕਿਸਾਨੀ ਜ਼ਿਆਦਾ ਅਤੀਤ ਵੱਲ ਜਾਵੇਗੀ। ਤੇ ਉਹ ਕਿਸਾਨੀ ਦਾ ਵਾਰ-ਵਾਰ ਅਤੀਤ ਵਿੱਚ ਜਾਣਾ ਨੂੰ ਮੇਰਾ ਨਹੀਂ ਖਿਆਲ ਹੈ ਕਿ ਤੁਹਾਨੂੰ ਨੈਗੇਟਿਵ ਲੈਣਾ ਚਾਹੀਦਾ, ਕਿਉਂਕਿ ਕਿਸਾਨੀ ਕੋਲ ਕੁਦਰਤ ਦੇ ਅਨੁਭਵ ਹੈ। ਇਸ ਕਰਕੇ ਕੁਦਰਤ ਦੇ ਅਨੁਭਵ ਜ਼ਿਆਦਾਤਰ ਲਗਭਗ ਉਹੀ ਰਹਿਣੇ ਆ ਜਿਹੜੇ ਵਰਤਮਾਨ ਵਿੱਚ ਹੁੰਦੇ, ਜਿਹੜੇ ਕੁਝ ਅਤੀਤ ਵਿੱਚ ਵਰਤੇ ਹੁੰਦੇ। ਇਸ ਕਰਕੇ ਇਹ ਨਹੀਂ ਹੈ ਕਿ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਨਾਵਲਕਾਰ ਕੋਲ ਵਰਤਮਾਨ ਦੇ ਮਸਲੇ ਖਤਮ ਹੋ ਗਏ, ਉਹ ਬਾਰ-ਬਾਰ ਅਤੀਤ ਵੀ ਜਾ ਰਿਹਾ। ਮੈਂ ਆਪਣੇ ਬਾਰੇ ਗੱਲ ਕਰਦਾ, ਮੈਨੂੰ ਕਦੇ ਨਹੀਂ ਇਸ ਤਰ੍ਹਾਂ ਆਪਣੇ ਆਪ ਇਸ ਤਰ੍ਹਾਂ ਲੱਗਿਆ, ਪਰ ਕਿਸਾਨੀ ਜੁੜੀ ਹੋਈ ਬਹੁਤ ਅਤੀਤ ਨਾਲ ਹੈ। ਹੁਣ ਅੱਜ ਦਾ ਕਿਸਾਨੀ ਦਾ ਮਸਲਾ ਹੈ ਤਾਂ ਆਖਰੀ ਬਾਬੇ ਦੀ ਗੱਲ ਮੈਂ ਕਰਦਾ ਤੁਹਾਡੇ ਨਾਲ, ਕਿਉਂਕਿ ਉਹਦਾ ਅਤੀਤ ਤਬਾਹ ਕਰ ਦਿੱਤਾ ਗਿਆ ਤੇ ਬੰਦਾ ਜਿਉਂਦਾ ਹੈ ਤੇ ਵਰਤਮਾਨ ਉਹਦੇ ਕਿਸੇ ਤਰ੍ਹਾਂ ਮੇਚ ਨਹੀਂ ਆਉਂਦਾ, ਉਹ ਬਾਰ-ਬਾਰ ਅਤੀਤ ਜਾਵੇਗਾ। ਤੇ ਅਤੀਤ ਤੋਂ ਜਿਸ ਤਰ੍ਹਾਂ ਆਪਾਂ ਘਬਰਾਉਂਦੇ ਆ, ਜਿਸ ਤਰ੍ਹਾਂ ਆਪਾਂ ਡਰ ਰਹੇ ਹਾਂ, ਤੇ ਜਿਸ ਤਰ੍ਹਾਂ ਆਪਾਂ ਨੇ ਅਤੀਤ ਨੂੰ ਇੱਕ ਡਰਾਉਣਾ ਨੈਗੇਟਿਵ ਤੌਰ ਤੇ ਅਸੀਂ ਲੈਣਾ ਸ਼ੁਰੂ ਕਰ ਦਿੱਤਾ, ਉਹ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਮਤਲਬ ਬੁੱਧੀਜੀਵੀਆਂ ਦਾ ਭਰਮ ਹੈ। ਅਤੀਤ ਨੇ ਸਾਨੂੰ ਘੜਿਆ ਹੈ, ਅਤੀਤ ਨੇ ਸਾਨੂੰ ਬਣਾਇਆ ਹੈ, ਅਤੀਤ ਨੇ ਸਾਨੂੰ ਸਿਰਜਿਆ ਹੈ। ਤੇ ਜੇ ਕੋਈ ਲੇਖਕ ਅਤੀਤ ਦੇ ਪ੍ਰਤੀ ਤੁਹਾਨੂੰ ਜਾ ਕੇ ਤੁਹਾਡੇ ਨਾਲ ਕੋਈ ਗੱਲ ਕਰਦਾ ਤਾਂ ਮੇਰਾ ਨਹੀਂ ਖਿਆਲ ਹੈ ਕਿ ਇਹਦੇ 'ਚ ਕੋਈ ਨਾਪੱਖੀ ਗੱਲ ਹੈਗੀ ਹੈ। ਹਾਂ, ਜੇ ਤੁਸੀਂ ਅਤੀਤ ਦੀ ਲੋੜ ਤੋਂ ਜ਼ਿਆਦਾ ਅਤੀਤ ਤੇ ਦਬਾਅ ਹੇਠ ਆ ਕੇ ਕੋਈ ਨਾਵਲਕਾਰ ਜਾਂ ਕਹਾਣੀਕਾਰ ਗੱਲ ਕਰਦਾ ਤਾਂ ਮੈਂ ਜ਼ਰੂਰ ਉਹਦੇ ਨਾਲ ਇਸ ਗੱਲ ਨਾਲ ਸਹਿਮਤ ਹਾਂ। ਪਰ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਅੱਜ ਦੀ ਜਿਹੜੀ ਕਿਸਾਨੀ ਦੀ ਸਮੱਸਿਆ ਹੈਗੀ ਹੈ ਉਹ ਉਹਦੀ ਅਤੀਤ ਨਾਲ ਬਹੁਤ ਹੀ ਨੇੜੇ ਦਾ ਸੰਬੰਧ ਹੈ, ਕਿਉਂਕਿ ਹਰ ਇੱਕ ਚੀਜ਼ ਹਰੇ ਜੀਵਤ ਹੈ। ਹੁਣੇ ਸਾਡਾ ਅਤੀਤ ਖਤਮ ਹੋਇਆ, ਖਾਸ ਕਰਕੇ ਅਤੀਤ ਖਤਮ ਹੋਣ ਦਾ ਮਤਲਬ ਕਿਸਾਨੀ 'ਚ ਮੈਂ ਕਹਿੰਦਾ ਕਿ ਹੁਣੇ ਸਾਰੇ ਸੰਦ, ਸਾਡੇ ਬਲਦ, ਸਾਡੀਆਂ ਕਈਆਂ ਕੁਆੜੀਆਂ, ਸੁਹਾਗੇ,
ਦਾਤੀਆਂ ਖੁਰਪੇ ਹੁਣੇ ਗਏ ਹੋਏ। ਇਸ ਕਰਕੇ ਇਸ ਅਤੀਤ ਦਾ ਇਹ ਜਿਹੜੇ ਪਾਤਰ ਜਿਉਂਦੀਆਂ ਇਹਨਾਂ ਨੂੰ ਅਤੀਤ ਹਰ ਹਾਲ ਵਿੱਚ ਯਾਦ ਆਉਣਾ, ਤੇ ਜਦੋਂ ਇਹ ਪਾਤਰ ਚਲੇ ਜਾਣਗੇ ਤਾਂ ਬਿਲਕੁਲ ਅਤੀਤ ਦੀ ਗੱਲ ਹੋ ਜਾਏਗੀ, ਖਤਮ ਹੋ ਜਾਏਗਾ। ਸੋ ਅੱਜ ਦੇ ਸੈਸ਼ਨ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਜੋ ਅੱਜ ਦੇ ਪ੍ਰਮੁੱਖ ਵਕਤਾ ਆਏ ਆ, ਜਸਵੀਰ ਮੰਡ, ਅਮੀਤ ਕੜਿਆਲਵੀ ਜੀ ਤੇ ਸਤਪਾਲ ਸਿੰਘ ਜੀ ਦਾ ਅਸੀਂ ਵਿਸ਼ੇਸ਼ ਤੌਰ ਤੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕਥਾ ਸੰਸਾਰ ਬਾਰੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਦੱਸਿਆ, ਆਪਣੀ ਲੇਖਣੀ ਬਾਰੇ ਜਾਣੂ ਕਰਵਾਇਆ ਕਿ ਆਪਦੇ ਜਿਹੜੇ ਉਹਨਾਂ ਦੇ ਸਰੋਕਾਰ ਕੀ ਆ, ਉਹਨਾਂ ਦੀ ਪ੍ਰੇਰਿਤ ਕਿਹੜੇ ਬਣਦੇ ਆ ਰਚਨਾ ਦੇ, ਉਹਨਾਂ ਸਾਰਿਆਂ ਬਾਰੇ ਜਾਣੂ ਕਰਵਾਇਆ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਹੀ ਅਸੀਂ ਡਾਕਟਰ ਬਲਦੇਵ ਸਿੰਘ ਢਾਲੀਵਾਲ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪੂਰੇ ਸੈਸ਼ਨ ਦੀ ਨਿਗਰਾਨੀ ਕੀਤੀ। ਸੋ ਬਹੁਤ ਬਹੁਤ ਧੰਨਵਾਦ।